ऐसी बड़िया अच्छी यादां ने बठिंडे दी और मैं शुक्रगुजार हाँ अपने साथियों का ਜਿਹੜੇ ਅੱਜ ਇੱਥੇ ਬੈਠੇ ਆ ਇਹ ਜਿੰਨਾ ਕਾਂਗਰਸ ਨੂੰ ਪਿਆਰ ਕਰਦੇ ਆ ਉਸ ਤੋਂ ਵੱਧ ਸ਼ਾਇਦ ਪੰਜਾਬ ਨੂੰ ਪਿਆਰ ਕਰਦੇ ਕੁਝ ਅਰਸਾ ਪਹਿਲਾਂ ਔਰ ਮੈਂ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ ਉਦੋਂ 2-3 ਦਿਨਾਂ ਬਾਅਦ ਹੀ ਨਿਕਲ ਗਿਆ ਸੀ ਬਾਹਰ ਇਹ ਇਹਨਾਂ ਸਾਥੀਆਂ ਦੀ ਬਦੌਲਤ ਹੈ ਤਾਂ ਜੋ 7-8 ਆਏ ਪਹਿਲਾਂ ਮੇਰੇ ਕੋਲ ਸਭ ਮਿਲਣਾ ਹੈ ਅਗੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਕਾਂਗਰਸ ਹਾਰੀ ਹੈ ਪਰ ਮਰੀ ਨਹੀਂ ਇਹਨਾਂ ਦਾ ਡਾਇਲੋਗ ਹੈ ਇਹਨਾਂ ਚੋਂ 2-4 ਬੰਦਿਆਂ ਨੂੰ ਕਿਹਾ ਸੀ ਤੇ ਵਧੀਆ ਅੱਗੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੁੱਦਿਆਂ ਦੀ ਪਹਿਰੇਦਾਰੀ ਜਿਹੜਾ ਲਾਈਕ ਮਾਈਂਡਡ ਆਦਮੀ ਮੁੱਦਿਆਂ ਦੀ ਪਹਿਰੇਦਾਰੀ ਕਰਨਾ ਚਾਹੁੰਦਾ ਮੈਨੂੰ ਬੁਲਾਉਣਾ ਚਾਹੁੰਦਾ ਮੈਂ ਉੱਥੇ ਆਉਂ ਤੁਸੀਂ ਮੇਰੇ ਕੋਲ ਆਓ ਆਪਾਂ ਪੰਜਾਬ ਦੇ ਲੋਕਾਂ ਦੇ ਪ੍ਰੋਬਲਮ ਦੇ ਮਸਲਿਆਂ ਦੇ ਹੱਲ ਦੇ ਔਰ ਉਹਦੇ ਲਈ ਇੱਕ ਬੜੀ ਹੀ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਪਲੇ ਕਰੀ ਸਰਕਾਰ ਨੂੰ ਅਕਾਊਂਟੇਬਲ ਬਣਾਈਏ ਔਰ ਇੱਕ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਕਹੀਏ ਵੀ ਦੱਸੋ ਭਾਈ ਜੇ ਪੰਜਾਬ ਦੇ ਲੋਕ ਤੁਹਾਡੇ ਹਿੱਸੇਦਾਰ ਨੇ ਭਾਗੀਦਾਰ ਨੇ ਤੇ ਤੁਸੀਂ ਉਹਨਾਂ ਨੂੰ ਦੱਸੋ ਆਹ ਮੁੱਦੇ ਨੇ ਅੱਜ ਵੀ ਮੈਂ ਬੜੇ ਦੋ ਅਹਿਮ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਹੈ ਬਹੁਤ ਦੋ ਅਹਿਮ ਮੁੱਦਿਆਂ ਔਰ ਆਗਾਹ ਕਰਨਾ ਆ ਕਿ ਸਾਡੀ ਵਿੱਤੀ ਜਿਹੜੀ ਹਾਲਤ ਹੈ ਉਹਦੇ ਉੱਤੇ ਸਵਾਲ ਉੱਠ ਰਹੇ ਨੇ ਅੱਜ ਵਿਜ ਸਾਹਿਬ ਦੀ ਸਟੇਟਮੈਂਟ ਆਈ ਹੈ ਤੁਸੀਂ ਸਾਰਿਆਂ ਨੇ ਉਹ ਸਟੇਟਮੈਂਟ ਦੇਖੀ ਕੁਝ ਆਈਐਸ ਆਫੀਸਰ ਆਪਣਾ ਵੇਰਵਾ ਦੇ ਕੇ ਆਏ ਉੱਤੇ ਸੈਂਟਰ ਦੀ ਸਰਕਾਰ ਕਿ ਵੀ ਆਰ ਹੈਡਡ ਟੁਵਰਡਸ ਫਾਈਨੈਂਸ਼ੀਅਲ ਐਮਰਜੈਂਸੀ ਇਹ ਸਾਰਾ ਕੁਝ ਠੀਕ ਹੈ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਚੋਂ ਹੱਲ ਨਿਕਲਦੇ ਔਰ ਮੈਂ ਹਮੇਸ਼ਾ ਪ੍ਰੋਬਲਮਸ ਨਾਲੋਂ ਜ਼ਿਆਦਾ ਹੱਲਾਂ ਦੀ ਗੱਲ ਕਿ देयर इज अ सॉल्यूशन हर मुश्किल का हल होता है आज नहीं तो कल मैं ਅੱਜ ਵੀ ਉਸੇ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ ਮੇਰੇ ਸਾਥੀ ਉਦੋਂ ਵੱਧ ਕਰ ਰਹੇ ਕਿ ਜਿੰਨੇ ਨੇ ਇਹ ਸ਼ਾਇਦ ਮੇਰੇ ਰੋਲ ਨਾਲੋਂ ਇਹਨਾਂ ਦਾ ਵੱਡਾ ਰੋਲ ਹੈ ਆਂਦੇ ਸਾਰ ਮੈਨੂੰ 4 ਬੰਦਿਆਂ ਨੇ ਕਿਹਾ ਮੈਂ ਉਹ ਵੀ ਤਾਰੀਫ ਕਰਨਾ ਚਾਹੁੰਦਾ ਆਪੋਜੀਸ਼ਨ ਦਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਗਾਲਾਂ ਕੱਢੀ ਜਾਓ ਆਂਦੇ ਸਾਰ ਇੱਥੇ ਲੋਕਾਂ ਨੇ ਕਿਹਾ ਕਿ ਜੀ ਅਸੀਂ 4.5 ਘੰਟੇ 'ਚ ਪਹੁੰਚਦੇ ਹੁੰਦੇ ਬਠਿੰਡੇ ਅੱਜ 2 'ਚ ਪਹੁੰਚ ਗਏ ਮੈਂ ਰਿਅਲਾਈਜ਼ ਕੀਤਾ ਵੀ 4.5 ਘੰਟੇ 'ਚ ਪਹੁੰਚਦੇ ਹੁੰਦੇ ਬਠਿੰਡੇ ਤੇ ਅੱਜ ਅਸੀਂ ਵੀ ਪੌਣੇ 2 ਘੰਟੇ 'ਚ ਹਰ ਬੰਦਾ ਸਰਪ੍ਰਾਈਜ਼ ਦਾ ਯਾਰ ਵੀ ਅਸੀਂ 4 ਘੰਟੇ ਪਹੁੰਚਦੇ ਹੁੰਦੇ ਅੱਜ 2 ਘੰਟੇ ਪਹਿਲਾਂ ਕਿਵੇਂ ਪਹੁੰਚ ਗਏ ਇਹ ਜਿਹੜੇ ਹਾਈਵੇ ਬਣਾਏ ਆ ਗਡਕਰੀ ਸਾਹਿਬ ਦੇ ਨੀਡ ਟੂ ਬੀ ਕੰਪਲੀਮੈਂਟਡ ਪਹਿਲੀ ਗੱਲ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਆਪੋਜੀਸ਼ਨ 'ਚ ਹੋਵੇ ਤੇ ਉਹਨੂੰ ਨਿੰਦੀ ਜਾਓ ਆਈ ਮਸਟ ਕੰਪਲੀਮੈਂਟ ਕਿ ਉਹਨਾਂ ਨੇ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਔਰ ਮੈਂ ਇਹ ਗੱਲ ਦੇਖੋ ਕਿਦਾਂ ਨਿਕਲੀ ਹੈ ਟਰੈਵਲ 'ਚ ਨਿਕਲੀ ਜਦੋਂ ਤੁਸੀਂ ਸੱਤਾ ਹਾਸਲ ਕਰਨ ਲਈ ਝੂਠ ਬੋਲ ਦਿੰਦੇ ਹੋ ਕਿ ਜੀ ਮੈਂ ਕੁਝ ਵੀ ਬੋਲ ਦਿਆਂ ਆ ਸੱਤਾ ਮਿਲ ਜੇ ਮੈਨੂੰ ਉਹ ਗਲਤ ਹੈ ਲੇਕਿਨ ਜਦੋਂ ਤੁਸੀਂ ਕੁਝ ਐਸਾ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੀ ਔਰ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ ਇਹ ਜ਼ਿੰਦਗੀ ਬਦਲੀ ਕਿ ਨਹੀਂ 2.5 ਘੰਟੇ ਬਚੇ ਸਾਹਿਬ ਤਾਂ ਮੈਂ ਤਾਰੀਫ ਕਰਦਾ ਲੇਕਿਨ ਅੱਜ ਕੁਝ ਵਾਅਦੇ ਐਸੇ ਹੋਏ ਨੇ ਜਿਹੜੇ ਕਿ ਬਲੇਟੈਂਟ ਗੋਇੰਗ ਬੈਕ ਔਨ ਯੋਰ ਵਰਡ ਆਫ ਆਨਰ ਬਲੇਟੈਂਟ ਬਿਟਰੇਅਲ ਆਫ ਪੰਜਾਬ ਮੈਂ ਦੋ ਗੱਲਾਂ ਵੱਲ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਇੱਕ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਸਾਡੀ ਵਿਗੜਦੀ ਵਿੱਤੀ ਹਾਲਤ ਉਹਨਾਂ ਦੇ ਵਿੱਚ ਕਿ ਫ੍ਰੀ ਫੀਸ ਜਿਹੜੀਆਂ ਨੇ ਇਹ ਕਿਤੇ ਪੰਜਾਬ ਨੂੰ ਦੁਆਲੀਆ ਨਾ ਕਰ ਦੇ ਇਹ ਚਿੰਤਾ ਹਰੇਕ ਦੀ ਜਾਇਜ਼ ਹੈ ਔਰ ਦੂਸਰਾ ਬਿਜਲੀ ਮਾਫ ਕਰਨਾ ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ ਤੁਸੀਂ ਅਨਾਉਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਗਿਆ ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ ਕਿਉਂਕਿ ਐਸਸੀ ਭਾਈਚਾਰੇ ਨੂੰ ਐਸਟੀ ਭਾਈਚਾਰੇ ਨੂੰ ਫਰੀडम ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫ੍ਰੀ ਦਿੰਦੇ ਸੀ 2 ਮਹੀਨੇ ਦੇ 400 ਮਿਲਦੇ ਸੀ ਤੁਸੀਂ 600 ਦੇਤੇ ਤੇ ਕਿਹੜਾ ਮਾਰਕਾ ਮਾਰਿਆ ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆ ਤੇ ਅੱਜ ਤੁਸੀਂ ਮੁਕਰ ਗਏ ਹੋ ਸ਼ਰਿਆਮ ਮੁਕਰ ਗਏ
और बशर्मी ना मुकर गए। इत्थों पता लगता है कि कुछ तो रही होंगी उनकी भी मजबूरियां, यूं ही चाह के तो कोई बेवफा नहीं होता। मजबूरियां की ने? मजबूरियां ये ने भी PSPCL ਦੇ ਉੱਤੇ 17,000 ਕਰੋੜ ਰੁਪਏ ਦਾ ਕਰਜ਼ਾ ਸਾਹਿਬ ਜਿਹੜਾ ਬੈਂਕਾਂ ਤੋਂ ਲਿਆ, ਸਰਕਾਰ ਦੀ ਦੇਣਦਾਰੀ ਉਹਨਾਂ ਦੀ 20,000 ਕਰੋੜ ਤੋਂ ਉੱਤੇ ਹੈ। ਤੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ 500 ਕਰੋੜ ਰੁਪਏ ਤਨਖਾਹਾਂ ਦੇਣ ਨੂੰ ਲੈ ਕੇ ਕਰਜ਼ਾ ਬੋਰਡ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਸੋਚ ਕੇ ਤੇ ਵੇਖੋ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਸੀ। ਇਹ ਪਹਿਲੀ ਵਾਰ ਹੈ ਅੱਜ, ਇਹ ਪਹਿਲੀ ਵਾਰ ਹੈ ਕਿ ਜਿਹੜਾ ਪੰਜਾਬ ਜਾਣਿਆ ਜਾਂਦਾ ਸੀਗਾ ਜੀ ਨੰਬਰ 1 ਪਰਮਵੀਰ ਚੱਕਰ ਜਿੱਤੇ, ਨੰਬਰ 1 ਇਨ ਗ੍ਰੀਨ ਰੈਵੋਲੂਸ਼ਨ, ਨੰਬਰ 1 ਵਾਈਟ ਰੈਵੋਲੂਸ਼ਨ, ਪਹਾੜਾ ਡੈਮ ਨੰਬਰ 1। ਅੱਜ ਸਾਡਾ 55% GDP ਦਾ ਹਿੱਸਾ, 55% of our GDP is debt ridden। मतलब ਆਮ ਬੰਦੇ ਨੂੰ ਜੇ ਸਮਝਾਣਾ ਹੋਵੇ, ਕਿਸੇ ਪੰਜਾਬੀ ਦੇ ਨਾਲ ਕਨਵਰਸੇਸ਼ਨ ਕਰਨੀ ਹੋਵੇ ਤੇ ਬੜੀ ਗੱਲ ਸਾਫ਼ ਹੈ ਕਿ 55% ਆਪਣੀ ਪੰਜਾਬੀਆਂ ਦੀ ਸਾਰੀ ਆਮਦਨ ਰਲਾ ਕੇ ਕਰਜ਼ੇ ਚਾਰੀ, which is alarming ਕਿਉਂਕਿ ਇਹ ਹਾਈਐਸਟ ਹੈ ਇੰਡੀਆ 'ਚ। ਅੱਜ ਅਸੀਂ ਜਾਣੇ ਜਾਂਦੇ ਆ ਕਿ ਕਰਜ਼ੇ ਦੇ ਵਿੱਚ ਸਾਡੀ GDP ਨੰਬਰ 1, which is shocking। मैं पूछना चाहना और मैं स्पेसिफिक सवाल ने लिखे भी सी कि भाई सरकार ये दसे और पारदर्शिता दे नाल दसे भी 6,000 करोड़ रुपये कित्थों लिया। जिहड़े 6,000 करोड़ रुपये लगने, जिहड़े 600 यूनिट डिस्क्रिमिनेशन नाल दिते सारिਆਂ ਨੂੰ ਦਿੰਦੇ ਤੇ फिर तो बिल्कुल ही गल ही खत्म हो जाती ना। फिर तो मतलब ये 70% आबादी बाहर कटती। की तुसी कोई पॉलिसी बनाई सी जिहदी कोई बजटरी एलोकेशन? मैं रोंदा रहा पहले दिन तो और कहता रहा पुछो पैसे कित्थों आए। दसो तुसी कोई पॉलिसी यह जी तय कीती सी ये अनाउंसमेंट करन तो पहला जिहदे च तुहाडी वो पॉलिसी दे विच बजटरी एलोकेशन होवे और बजटरी एलोकेशन कित्थों आनी है ਉਹਦਾ कोई वेरवा होवे। दसो सारे पंजाब भी तुसीं कित्थों लिआओगे। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ। ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਹੀਂ ਅਨਾਉਂਸਮੈਂਟ ਕੀਤੀ। ਜੇ 8 ਜੁਲਾਈ ਨੂੰ ਕਰਨੀ ਤੁਸੀਂ 7 ਜੁਲਾਈ ਨੂੰ ਕਹਿੰਦੇ ਵੀ ਭਾਈ 8 ਨੂੰ ਕਰ ਰਹੇ ਹੋ। ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਇਲੈਕਸ਼ਨ ਲੜਨੇ ਚਾਹੁੰਦੇ। ਇਸ ਕਰਕੇ 3 ਮਹੀਨੇ ਪਹਿਲਾਂ ਅਨਾਉਂਸਮੈਂਟਾਂ ਕਰ ਰਹੇ ਹੋ। ਵੈਸੇ ਤੇ ਤੁਹਾਡੀ ਹਰੀ ਪੈਨ ਦੀ ਸਿਆਹੀ ਮੁੱਕ ਗਈ, ਹੁਣ ਤੇ ਨੀਲੇ ਪੈਨਾਂ ਦੀ ਗੱਲ ਕਰਦੇ ਹੋ ਤੁਸੀਂ। ਗੱਲ ਸਮਝੋ ਨਾ ਕਿ ਅੱਜ ਤੁਸੀਂ ਕਰੋੜਾਂ ਰੁਪਈਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ ਦੇ ਰਹੇ ਹੋ। ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਲਵਾਓ? ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਝ ਕਰ ਰਹੇ ਹੋ। ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਜਿਹੜੇ ਕਹਿੰਦੇ ਹੁੰਦੇ ਕਾਰਪੋਰੇਸ਼ਨ ਬਣਾਵਾਂਗੇ, ਉਹ ਅੱਜ ਦੀਪ ਭਲੋਤਰੇ ਵਰਗੇ ਬੰਦਿਆਂ ਨਾਲ ਸਾਰੀ ਦਿੱਲੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਦੇ ਸ਼ਰਾਬ ਦੀ। ਮੈਂ ਕੋਈ ਉਹਦੇ ਹੱਕ 'ਚ ਨਹੀਂ, ਬਟ ਸਭ ਤੋਂ ਵੱਧ ਪੈਸੇ ਉੱਥੋਂ ਨਿਕਲਦੇ ਆ। 20,000 ਕਰੋੜ ਰੁਪਇਆ ਮੈਂ ਉੱਥੋਂ ਕੱਢ ਦੂੰ ਤੇ 30,000 ਕਰੋੜ ਰੁਪਇਆ ਮੈਂ ਕਰਪਸ਼ਨ ਬੰਦ ਕਰਕੇ ਕੱਢ ਦੂੰ। ਫਿਰ ਕੱਢ ਲੈ ਭਾਈ, ਫਿਰ ਦੇ ਦੇਣੇ ਸੀ ਸਾਰੀ ਕੈਟਾਗਰੀ ਨੂੰ, ਫਿਰ ਜਨਰਲ ਕੈਟਾਗਰੀ ਨੂੰ। ਇਹ ਕੈਟਾਗਰਾਈਜ਼ ਕਿਉਂ ਕਰਦਾ ਪੰਜਾਬ? ਪੰਜਾਬ ਤੇ ਜਾਤ ਪਾਤ ਮੰਨਦਾ ਹੀ। ਪੰਜਾਬ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਕੱਢ ਭਾਈ 20,000 ਕਰੋੜ ਰੁਪਇਆ। ਮੈਂ ਚੈਲੰਜ ਕਰਦਾ ਜਦ ਤੱਕ ਠੇਕੇਦਾਰੀ ਸਿਸਟਮ ਹੈ ਪੰਜਾਬ 'ਚ, ਤੂੰ 200 ਕੱਢ ਕੇ ਖਾ। ਪਹਿਲੇ ਦਿਨ ਤੋਂ ਕਹਿੰਦਾ ਸੀਗਾ ਵੀ ਠੇਕੇਦਾਰੀ ਸਿਸਟਮ 'ਚ ਜਿੱਦਨ ਤੇਲੰਗਾਨਾ ਨੇ ਕੀਤੇ 10 ਕਰੋੜ ਨਿਕਲੇ ਸੀ। ਜਿੱਦਨ ਠੇਕੇਦਾਰੀ ਸਿਸਟਮ ਅਬੋਲਿਸ਼ ਕਰਕੇ ਸੈਂਡ ਦਾ ਕੰਟਰੋਲ ਲਿਆ ਤੇ ਪਹਿਲੇ ਸਾਲ 400 ਕਰੋੜ, ਦੂਜੇ 700, ਤੀਜੇ 1200 ਤੇ 4 ਸਾਲਾਂ 2400।
ਇਸੇ ਤਰ੍ਹਾਂ ਤੁਸੀਂ ਠੇਕੇਦਾਰ ਬਿਠਾਤੇ 2-2 ਜ਼ੋਨ ਦੀ ਪਾਲਿਸੀ 4-4 ਜ਼ੋਨ ਦੇ ਵਿੱਚ ਦਿਲ ਕਰੀ ਤੁਸੀਂ ਕਹਿੰਦੇ ਸੀ ਪ੍ਰਾਈਵੇਟਾਈਜ਼ ਨਹੀਂ ਕਰੀ ਸਾਰੀ ਦਿੱਲੀ ਦੇ ਗਲੀ ਗਲੀ ਸ਼ਰਾਬ ਵੇਚਣ ਲਾਤੀ ਤੁਸੀਂ ਪ੍ਰਾਈਵੇਟਾਈਜ਼ ਤੇ ਕਿਹੜੀ ਪਾਲਿਸੀ ਹੈ ਤੁਹਾਡੀ ਸ਼ਰਾਬ ਨੀਤੀ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਅੱਜ 1 ਮਹੀਨਾ ਹੋਇਆ ਭਾਈ ਸਰਕਾਰ ਨੂੰ ਵੱਧ ਹੋ ਦਿਓ ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ ਮੇਰਾ ਮਾਲ ਮੇਰਾ ਬਿਜ਼ਨਸ ਮਹਿਫੂਜ਼ ਰਹੇ ਖਾਸ ਤੌਰ ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ ਅਗਲੇ ਬਿਜ਼ਨਸ ਚਾਹੁੰਦੇ ਅਗਲੇ ਅਮਨ ਅਮਾਨ ਚਾਹੁੰਦੇ ਆ ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ ਕਿਤੇ ਕਬਜ਼ੇ ਚੱਲੀ ਜਾਂਦੇ ਆ ਕਿਤੇ ਫਰੌਤੀਆਂ ਹੋਈ ਜਾਂਦੀਆਂ ਨੇ ਕਬੱਡੀ ਜੇਲ੍ਹਾਂ 'ਚ ਚੱਲੀ ਜਾਂਦੀ ਹੈ ਹਾਂਜੀ ਹਰ ਰੋਜ਼ ਮੈਂ ਦੇਖਦਾ ਕਦੇ ਕਿਸੇ ਨੂੰ ਵੱਢਤਾ ਕਿਸੇ ਨੂੰ ਟੁੱਕਤਾ ਕਿਸੇ ਵਰਕਰ ਨੂੰ ਮਾਰ ਦਿੰਦੇ ਟਰੱਕ ਉਹਨਾਂ ਦੇ ਕਬਜ਼ੇ ਚੱਲੀ ਜਾਂਦੇ ਇਹ ਲਾਅ ਐਂਡ ਆਰਡਰ ਹੈ ਕੋਈ ਐਕਸਪਲੇਨ ਕਰਦੇ ਮੈਨੂੰ ਇਹ ਲਾਅ ਐਂਡ ਆਰਡਰ ਹੈ ਦੂਸਰੀ ਗੱਲ ਇਹ ਹੈ ਕਿ ਜਦੋਂ ਫਾਈਨੈਂਸ਼ੀਅਲ ਸਥਿਤੀ ਦੀ ਮੈਂ ਗੱਲ ਕਰਦਾ ਤੁਸੀਂ ਇਨਕਮ ਕਿੱਥੋਂ ਜਨਰੇਟ ਕਰ ਰਹੇ ਹੋ ਭਾਈ ਦੱਸੋ ਕਿਉਂਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਿਹਾ ਨਹੀਂ ਤੁਸੀਂ ਤਾਂ ਕਿਹਾ ਪਹਿਲੇ ਦਿਨ 24 ਘੰਟੇ ਬਰਗਾੜੀ ਨਾਲ ਦੀ ਨਾਲ ਬਰਗਾੜੀ ਦਾ ਇਨਸਾਫ ਕਰਨ ਵਾਸਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਕਿਹਾ ਨਹੀਂ ਹਾਂਜੀ ਫਿਰ ਕਿਸਾਨਾਂ ਦੀ ਗੱਲ ਤੁਹਾਨੂੰ ਪਤਾ ਹੀ ਨਹੀਂ ਖੇਤੀਬਾੜੀ ਹੁੰਦੀ ਕਿ ਉਹਦੇ 4 ਖੇਤ ਨੇ ਠੀਕ ਹੈ 50,000 ਅਸੀਂ ਕੰਪਨਸੇਸ਼ਨ ਦਿਆਂਗੇ ਠੀਕ ਹੈ ਝਾੜ 20 ਤੋਂ 50% ਘਟ ਗਿਆ ਨੰਬਰ 1 ਨੰਬਰ 2 ਇਹ ਸਾਡੀ ਕਿਸਮਤ ਚੰਗੀ ਹੈ ਕਿ ਝਾੜ ਘਟਣ ਦੇ ਬਾਵਜੂਦ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਕਰਕੇ ਕਣਕ ਦੀ ਇੰਨੀ ਸ਼ਾਰਟੇਜ ਹੈ ਕਿ ਸਾਰਾ ਵਰਲਡ ਕਣਕ ਖਰੀਦਣ ਨੂੰ ਤਿਆਰ ਭਾਵੇਂ ਦਾਣਾ ਛੋਟਾ ਹੈ ਪਰ ਕਣਕ ਅੱਜ ਵੀ 3500 ਤੋਂ 4000 ਦੀ ਵਿਕਦੀ ਹੈ ਦੱਸੋ ਤੁਸੀਂ ਕਿੱਥੇ ਭਾਗੀਦਾਰ ਬਣਾਇਆ ਕਿੱਥੇ ਹਿੱਸੇਦਾਰ ਬਣਾਇਆ ਕਿਸਾਨ ਨੂੰ 8 ਵਾਰ ਮੈਂ ਕਿਹਾ ਫਿਰ ਮੀਟਿੰਗ ਕੀਤੀ ਹੈ ਕਿੱਥੇ ਹਿੱਸੇਦਾਰ ਬਣਾਇਆ ਭਾਈ 500 ਰੁਪਏ ਮਿਨੀਮਮ ਬੋਨਸ ਹੋਣਾ ਚਾਹੀਦਾ ਤੁਸੀਂ 1500 ਕਮਾਉਨੇ ਹੋ ਈਜਿਪਟ ਦੇ ਨਾਲ 18000 ਕਰੋੜ ਰੁਪਏ ਦਾ ਕੰਟਰੈਕਟ ਸਾਈਨ ਕੀਤਾ ਹੈ ਅਡਾਨੀ ਸਾਹਿਬ ਤੇ ਹਰਿਆਣਾ ਕਹਿੰਦਾ ਸਾਰਾ ਚਕਾ ਦਿਓ ਜੀ ਉਹਨੂੰ ਉਹ ਸਟੋਰੇਜ ਕਰਦਾ ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ ਆਮ ਕੈਟੇਗੋਰਿਕਲੀ ਸੇਇੰਗ ਇਟ ਮੈਕਸਿਮਮ ਸਪੋਰਟ ਪ੍ਰਾਈਸ ਦਿੱਤੀ ਜਾਂਦੀ ਹੈ ਵਾਟ ਇਜ਼ ਮੈਕਸਿਮਮ ਸਪੋਰਟ ਪ੍ਰਾਈਸ ਕਿ ਭਾਈ ਤੂੰ 15% ਸਟੋਰੇਜ ਕਰ ਲੈ ਤੈਨੂੰ 100% ਦਾ ਕਿਰਾਇਆ ਦਿਆਂ ਦੱਸੋ ਹਨੇਰ FCI ਦੇ ਗੋਡਾਊਨਾਂ ਦੇ ਵਿੱਚ ਸਟੋਰੇਜ ਹੈ ਤੂੰ 15% ਸਟੋਰੇਜ ਕਰ ਤੈਨੂੰ 100% ਦਾ ਕਿਰਾਇਆ ਪੱਕਾ ਤੇ ਕਿਸਾਨ ਨੂੰ ਮਿਨੀਮਮ ਸਪੋਰਟ ਪ੍ਰਾਈਸ ਦਿਸ ਇਜ਼ ਦੀ ਆਈਨੀ ਆਫ ਦ ਸਿਚੁਏਸ਼ਨ ਤੁਸੀਂ ਕਿਸਾਨ ਦੀ MSP 9% ਵਧਾਈ ਡੀਜ਼ਲ ਦੇ ਰੇਟ 100% ਵਧਾਤੇ 40 ਤੋਂ 93 ਤੇ ਤੁਸੀਂ 4 ਸਾਲਾਂ ਦੇ ਵਿੱਚ MSP 160 ਰੁਪਏ ਵਧਾਈ 40 ਰੁਪਏ DAP ਦੀ ਖਾਦ ਨਕਲੀ ਮਿਲਦੀ ਹੈ ਅਸਲੀ ਲਿਫਾਫਿਆਂ 'ਚ ਤੁਸੀਂ ਰੇਟ ਦੁੱਗਣੇ ਕਰਤੇ 2 ਰੁਪਏ ਦੇ ਕੇ 20 ਖੋਲੇ ਇਹ ਇਨਸਾਫ ਹੈ ਐਟਲੀਸਟ ਅੱਜ ਇੰਨਾ ਤਾਂ ਕਰੋ ਯਾਰ ਵੀ ਉਹਨੂੰ 500 ਰੁਪਏ ਦਿਓ ਜੇ ਤੁਸੀਂ 1500 ਕਮਾ ਰਹੀ ਹੈ ਜੇ ਤੁਸੀਂ ਮਾਰਕੀਟ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦੇ ਤੇ ਭਾਈ ਬਾਰਡਰ ਪਾਰ ਸਾਡੀ ਕਣਕ ਜਾਣ ਦਿਓ ਨਾ ਜਾਣ ਦਿਓ ਬੰਦਾ ਭਾਈ ਲਾ ਲਓ ਸਕੈਨਰ 35 ਦੇਸ਼ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ 2000 ਦੀ ਕਣਕ 3500 ਦੀ ਵਿਕੂ ਤੇ 4000 ਦੀ 3000 ਦੀ ਬਾਸਮਤੀ ਸਾਹਿਬ 7000 ਦੀ 5 ਰੁਪਏ ਦਾ ਮਟਰ 50 ਦਾ 25 ਰੁਪਏ ਦਾ ਅਦਰਕ 150 ਦਾ 55 ਰੁਪਏ ਦਾ ਦੁੱਧ 150 ਦਾ ਦੱਸੋ ਇਹ ਜੀ ਕਿਹੜੀ ਦੁਨੀਆ ਦੀ ਮਾਰਕੀਟ ਹੈ ਸਾਹਿਬ ਲੇਕਿਨ ਤੁਸੀਂ ਸਾਡਾ ਸਮਾਨ ਚੱਕਦੇ ਹੋ 2100 ਕਿਲੋਮੀਟਰ ਅਡਾਨੀ ਸਾਹਿਬ ਦੇ ਪੋਰਟ ਤੇ ਲੈ ਜਾਂਦੇ 2100 ਕਿਲੋਮੀਟਰ 22 ਕਿਲੋਮੀਟਰ ਦਾ ਰਸਤਾ ਪੜਦਾ 2100 ਕਿਲੋਮੀਟਰ ਫਿਰ ਉਹਦੇ ਪੋਰਟ ਦੇ ਉੱਤੇ ਸਾਰਾ ਵਾਹਵਾਈ ਹੁੰਦੀ ਹੈ ਫਿਰ ਉੱਥੋਂ ਫਿਰ ਦੁਬਈ ਕਿਤੇ ਜਾਂਦਾ ਵਾਈ
कराची बॉम्बे को अमीरां दी भाई फिरोजपुर इत्थे यूरोप तहस नहस हो गया सी इरेज टू द ग्राउंड यूरोप खत्म हो गया बार्डर खोले सारा कुछ ये सोल्यूशंस ने साहब इन्हों कोई झुठला नहीं सकता आज 70,000 बंदे इतने करतारपुर जाए की हो गया जी हाँ जी कलर साहब समझो मेरी गल दूजी चीज मैं हूं तुहानूं आगाह कर रहा अज भी अज की डिमांड बिजली की और मैं तुहानूं पूरा कैटेगरिकली विद फिगर्स दूंगा अज 7,500 की डिमांड चलती है साहब ते कट देख लो पुछ लो पिंडां दे विच कट किन्ने लगे शहरां च लगन लगे थोड़ी भैन हुण तुसीं इमेजिन करो कि 7,500 की डिमांड दे उत्ते शहरां च कट लगी जांदे थर्मल प्लांट थ्रैट करी जांदे जिहड़ा रेट है उहदे नाल वध मंगी जांदे मैं कैटेगोरिकली पूछना चाहना दूजा सवाल कि भाई व्हाट इज द गवर्नमेंट डूइंग टू एंश्योर दैट द थर्मल प्लांट्स विल नॉट बैक आउट व्हेन वी नीड देम द मोस्ट कोई पेनल्टी क्लॉज लाया कोई भी पेनल्टी क्लॉज है एंड व्हाट आर यू डूइंग टू एंश्योर द प्रॉपर सप्लाई ऑफ कोल कोला 30 दिनों का मैंडेटरी है आज 8 दिनों का रह गया सारे पीपीए जिन्ने पीपीए ने लिस्ट ऑफ ऑल पीपीएस जिन्ने भी है ने एंड दी न्यू अरेंजमेंट्स दैट यू मेड शुड बी मेड पब्लिक दसो तुम किन्ने दी बिजली खरीदते हो भाई मेक इट पब्लिक तुम तो कहते सी सारे सुनते सी सानू दिओ जी सरकार ताइयां फसला दे ठा सानू दिओ सरकार पहले दिन ही पीपीए रद्द कौन रोकदा मैं कहना लिस्ट पब्लिक नू दसो दूसरी गल की तुसी रीनैगोशिएट कर रहे आर यू रीनैगोशिएटिंग मैं पढ़िया लिखा बंदा मैं पता है कि जे कॉन्ट्रैक्ट वन साइडेड होवे हाउ डू यू डू इट टैरिफ ऑर्डर दिओ चन्नी सरकार वेले मैं जाके छोटे भाई तो चन्नी तो कह के कि पब्लिक इंटरस्ट दे विच टैरिफ ऑर्डर कढ जदों तू पब्लिक इंटरस्ट दे विच टैरिफ ऑर्डर कढेगा इट इज मैंडेटरी फॉर द रेगुलेटरी अथॉरिटी टू डू इट इन पब्लिक इंटरस्ट जदों बिजली बाजार दे विच 2 रुपये की मिल रही है सोलर तुसीं 16 की किवें लै रहे हो भाई पब्लिक नूं तुसीं क्यों सजा दे रहे हो भाई ये पब्लिक इंटरस्ट दे विच असीं 3 रुपये बिजली घटाती सी टैरिफ ऑर्डर आर यू गोइंग टू डू इट ਉਹਦੇ ਨਾਲ ਜਦੋਂ ਸੈਂਟਰ ਦੀ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਚੁੱਕ ਰਹੀ ਸੀ ਅੱਜ 10 ਤੋਂ 15 ਰੁਪਏ ਰੇਟ ਮਾਰੇ ਥੱਲੇ ਕਰੋ ਡੂ ਇਟ ਇਨ ਦੀ ਇੰਟਰਸਟ of the people of Punjab who have voted for you and we accept their mandate with folded hands do karo ji ਦੱਸੋ ਜੀ ਤੁਸੀਂ ਕੀ ਰੀਨੈਗੋਸ਼ੀਏਸ਼ਨ ਕੀਤੀ ਹੈ ਔਰ ਮੈਂ ਅਖੀਰ ਦੇ ਵਿੱਚ ਕਹਿਣਾ ਕਿ ਜਿਹੜਾ ਪੁਸ਼ਵਾਰਾ ਕੋਲ ਮਾਈਨ ਹੈ ਕੋਈ ਪੁਸ਼ਵਾਰਾ ਕਹਿੰਦਾ ਕੋਈ ਪਥਵਾਰਾ ਇਹ ਠੀਕ ਹੈ ਜੀ ਇਹਨਾਂ ਦਾ ਠੀਕ ਹੈ ਪਛਵਾਰਾ ਜਿਹੜੀ ਕੋਲ ਮਾਈਨ ਹੈ ਉਹ ਅੱਜ ਭਾਜੀ ਤੁਹਾਡੀ ਇਨਫੋਰਮੇਸ਼ਨ ਦੇ ਲਈ ਉਹ ਇੱਕ ਪ੍ਰਾਈਵੇਟ ਕੰਪਨੀ ਨੇ ਖੁਲਵਾਈ ਹੈ ਕਿਸੇ ਪੰਜਾਬ ਸਰਕਾਰ ਨੇ ਨਹੀਂ ਖੁਲਵਾਈ ਕਿਉਂ ਬਾਈ ਜਦੋਂ ਕੋਲਾ ਤੁਹਾਡਾ ਆ ਨਹੀਂ ਰਿਹਾ ਇਹਦਾ ਮਤਲਬ ਉਹ ਗੱਲਾਂ ਸੱਚੀਆਂ ਨੇ ਵੀ ਤੁਸੀਂ ਚਾਹੁੰਦੇ ਨਹੀਂ ਉਹ ਖੁੱਲੇ ਤੁਸੀਂ ਚਾਹੁੰਦੇ ਹੋ ਤੁਸੀਂ ਮਹਿੰਗਾ ਕੋਲਾ ਲਾਓ ਹੱਟੀਆਂ ਸੱਟੀਆਂ I'm not casting aspersions but you need to prevent and prepare rather than repent and repair. Are we always going to be repenting and repairing? भाई when is the पुशवारा coal mine starting में लगता 4 महीने लगणगे इस करके जे 4 महीने लगणगे ते महीने 2 बाद 16,000 मेगावाट डिमांड है झोना लगू ते दसो की प्रबंध Do you have any arrangements? लोगों को अवेयर करो क्यों नहीं जी अवेयर करते असीं
ਇੱਕ ਗੱਲ ਦੀ ਮੈਂ ਤਾਰੀਫ ਕਰਦਾ, ਜਿਹੜੀ ਕਿ ਮੈਂ ਪੰਜਾਬ ਮਾਡਲ 'ਚ ਕਹਿੰਦਾ ਹੁੰਦਾ ਸੀ ਕਿ ਦਾਲਾਂ ਦੇ ਉੱਤੇ MSP ਦੇਾਂਗੇ, ਕਹਿੰਦਾ ਸੀ ਦੱਸੋ, ਕਹਿੰਦਾ ਸੀ ਆਇਲ ਸੀਡ, ਦਾਲਾਂ, ਮੱਕੀ। ਅੱਜ ਚੀਫ ਮਿਨਿਸਟਰ ਨੇ ਮੰਨ ਲਿਆ ਵੀ ਦਿੱਲੀ ਨਹੀਂ, ਅਸੀਂ ਪੰਜਾਬ ਮਾਡਲ ਤੇ ਚੱਲਦੇ, ਉਹ ਕਹਿੰਦਾ ਮੱਕੀ ਤੇ ਦੇਾਂਗੇ। ਵਧੀਆ ਗੱਲ ਹੈ। ਤੇ ਮੂੰਗੀ ਦੀ ਦਾਲ ਤੇ ਦੇਾਂਗੇ, ਬੜੀ ਵਧੀਆ ਗੱਲ ਹੈ। ਡਾਈਵਰਸਿਫਿਕੇਸ਼ਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਕੋਈ ਮਤਲਬ ਠੇਕਾ ਥੋੜਾ ਲਿਆ ਕ੍ਰਿਟਿਸਾਈਜ਼ ਕਰਨ ਦਾ, ਜਿਹੜੀ ਗੱਲ ਚੰਗੀ ਹੈ ਭਾਈ, ਕ੍ਰੈਡਿਟ ਤੇਰਾ, ਇਤਿਹਾਸ ਤੇਰਾ, ਤਾਕਤ ਤੇਰੀ, ਲੋਕਾਂ ਨੇ ਦਿੱਤੀ, ਲਾ ਜੈ ਜੈਕਾਰ। ਵੀ ਕੈਨੋਟ ਅਫੋਰਡ ਟਿਊਬਵੈਲਸ ਐਨੀਮੋਰ। ਲੋਨ ਲੈ ਕੇ, ਕਰਜ਼ਾ ਲੈ ਕੇ ਟਿਊਬਵੈਲ ਲਾਉਣੇ ਆ, ਫਿਰ ਪਾਣੀ ਕੱਢੀ ਜਾਂਦੇ, ਡਾਰਕ ਜ਼ੋਨ ਬਣੀ ਜਾਂਦੇ ਆ। ਵੀ ਨੀਡ ਟੂ ਡਾਈਵਰਸਿਫਾਈ। ਤੇ ਵਾਟ ਬੈਟਰ ਵੇ ਕਿ ਜਿਹੜਾ ਤੁਸੀਂ ਦਾਲਾਂ ਬਾਹਰੋਂ ਲੈਂਦੇ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਵਿਧਾਨ ਸਭਾ ਦੇ ਬਾਹਰ ਖੜ ਕੇ, ਸਾਲ ਪਹਿਲਾਂ ਮੈਂ ਕਿਹਾ ਕਿ ਭਾਈ ਦਾਲਾਂ ਜਿਹੜੀਆਂ ਤੁਸੀਂ ਆਟਾ ਦਾਲ ਸਕੀਮ ਲਈ ਬਾਹਰੋਂ ਇੰਪੋਰਟ ਕਰਦੇ ਹੋ, ਆਇਲ ਸੀਡ 70% ਇੰਡੀਆ ਇੰਪੋਰਟ ਕਰ ਰਿਹਾ, ਉਹ ਭਾਈ ਤੁਸੀਂ ਲਾਓ, ਹਰਿਆਣਾ ਕਰਦਾ, ਤੁਸੀਂ ਲਾਓ ਪੰਜਾਬ 'ਚ, ਦਾਲਾਂ ਲਾਓ, ਆਇਲ ਸੀਡ ਲਾਓ, ਉਹਨੂੰ ਫਿਨਿਸ਼ ਕਰੋ, ਤੇਲ ਬਣਾਓ, ਦਿਓ। That's a wonderful way of getting the state up, the revival, the resurrection. ਮੈਂ ਉਹਦੀ ਤਾਰੀਫ ਕਰਦਾ। ਇਹ ਦੋ ਵੱਡੇ ਮੁੱਦੇ ਨੇ ਸਾਹਿਬ। ਤੀਸਰਾ ਲਾਅ ਐਂਡ ਆਰਡਰ। ਹੁਣ ਮੈਂ ਮੇਨ ਗੱਲ ਦੇ ਉੱਤੇ ਆ ਰਿਹਾ। ਉਹ ਇਹ ਨਹੀਂ ਵੀ ਮੈਂ ਥਾਂ ਥਾਂ ਤੇ ਜਾਣਾ ਆਪਣੇ ਸਾਥੀਆਂ ਦੇ ਨਾਲ, ਜਿਹੜੇ ਕਿ ਮੇਰੇ ਸਹਿਯੋਗੀ ਨਹੀਂ, ਮਤਲਬ ਮੇਰੀ ਜਿੰਦ ਜਾਨ ਨੇ। ਸਾਰੀ ਕਾਂਗਰਸ, ਕਦੇ ਕੋਈ ਆਇਆ ਹੁੰਦਾ, ਕਦੇ ਕੋਈ, ਅੱਜ ਵੀ 20-25 ਲੋਕ ਨੇ। ਆਹ ਨਵਤੇਜ ਕਹਿੰਦਾ ਭਾਜੀ ਮੈਂ ਤਾਂ ਇੰਨਾ ਹਤਾਸ਼ ਆ, ਮੈਂ ਪੱਗ ਨਹੀਂ ਬੰਨੀ ਪਿਛਲੇ 20, ਮੈਂ ਇਹ ਸਾਫਾ ਬਣਵਾ, ਮੈਂ ਦੇਖ ਸ਼ੀਸ਼ੇ 'ਚ ਕਿੰਨਾ ਸਮਾਰਟ ਲੱਗਦਾ, ਚੱਲ ਚਲੀਏ ਆਪਾਂ ਪੰਜਾਬ ਲਈ ਲੜਾਂਗੇ। ਦੇਖੋ ਪੰਜਾਬ ਲਈ ਲੜਨਾ ਇਜ਼ ਅ ਹਿਊਜ ਮੋਟੀਵੇਸ਼ਨ। ਇਹ ਕੋਈ ਉਹਦੇ ਦੀ ਲੜਾਈ ਥੋੜਾ ਨਾ, ਸਮਝੋ ਮੇਰੀ ਗੱਲ। ਇਸ ਕਰਕੇ ਅਸੀਂ ਵੀ ਵਿਲ ਕੰਟੀਨਿਊ ਟੂ ਡੂ ਇਟ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਪਰਸੋਂ ਗਵਰਨਰ ਸਾਹਿਬ ਨੂੰ ਮਿਲ ਰਿਹਾ। ਆਈ ਹੈਵ ਆਲਰੇਡੀ ਟੇਕਨ ਟਾਈਮ। ਇਹ ਕੋਈ ਫਾਰਮੈਲਿਟੀਆਂ ਨਹੀਂ ਹੋ ਰਹੀਆਂ, ਤੁਰਥੇ ਹੀ ਜਾਵਾਂਗੇ। ਪਰਸੋਂ ਥਰਸਡੇ ਆਈ ਐਮ ਮੀਟਿੰਗ ਦੀ ਗਵਰਨਰ, ਸਾਥੀਆਂ ਦੇ ਨਾਲ। ਜਿਹੜਾ ਬੰਦਾ ਆਣਾ ਚਾਹਵੇ ਪੰਜਾਬ ਦਾ ਹਿਤੈਸ਼ੀ ਇਜ਼ ਮੋਸਟ ਵੈਲਕਮ। ਪ੍ਰਧਾਨ ਆਉਣਾ ਚਾਹਵੇ, ਮੈਂ ਪਿੱਛੇ ਹਟ ਜੂ, ਪ੍ਰਧਾਨ ਅੱਗੇ ਲਾ ਦੇਾਂਗੇ, ਉਹਦਾ ਹੱਕ ਹੈ, ਸਮਝੋ। ਮੈਂ ਗਵਰਨਰ ਸਾਹਿਬ ਨੂੰ 11 ਵਜੇ, ਉਹਨਾਂ ਨੇ 3 ਮੈਂਬਰ ਦਾ ਡੈਲੀਗੇਸ਼ਨ ਮੰਗਿਆ ਸੀ, ਨਾਮ ਲਿਖਾਤੇ ਸੀ, ਵੈਸੇ ਨਾਮ ਪਹਿਲਾਂ ਲਿਖਾਉਣੇ ਪੈਂਦੇ, ਅਸੀਂ 3 ਨਾਮ ਦੇ ਚੁੱਕੇ ਹਾਂ, ਰਾਈਟ। 11 ਵਜੇ ਅਸੀਂ ਜਾਵਾਂਗੇ ਉੱਥੇ। ਜਿਹੜਾ ਬੰਦਾ, ਨਾ ਮੈਂ ਕਦੇ ਪ੍ਰੈਸ ਤੋਂ ਭੱਜਿਆ, ਨਾ ਮੈਂ ਬੰਦ ਕਮਰਿਆਂ ਦੇ ਵਿੱਚ ਕੋਟ ਪੈਂਟ ਪਾ ਕੇ ਗੱਲਾਂ ਕਰਦਾ, ਮੈਂ ਤਾਂ ਸ਼ਰੇਆਮ ਸਾਰਿਆਂ ਦੇ ਸਾਹਮਣੇ ਗੱਲ ਕਰਦਾ। ਔਰ ਜਵਾਬਦੇਹੀ ਹੋਣ ਦੀ ਤਾਕਤ ਹੈ ਮੇਰੇ 'ਚ, ਮੋਰਲ ਅਥਾਰਟੀ ਹੈ ਮੇਰੇ 'ਚ। ਇਸ ਕਰਕੇ 11 o'clock Thursday about the burning issues of Punjab। ਸੋ ਨਾਮ ਵੀ ਦੱਸ ਦਿਓ ਕੌਣ ਕੌਣ ਜਾ ਰਹੇ ਜੀ। ਅਸੀਂ ਦੇਖੋ ਲਾਅ ਐਂਡ ਆਰਡਰ ਤੇ ਵੀ ਗੱਲ ਕਰਾਂਗੇ। ਆਉਣ ਵਾਲੀ ਵਿੱਤੀ ਜਿਹੜੀ ਪਰਿਸਥਿਤੀ ਹੈ, ਫਾਈਨੈਂਸ਼ੀਅਲ ਕੰਡੀਸ਼ਨ ਆਫ ਦ ਸਟੇਟ, ਵੀ ਵਿਲ ਟਾਕ ਅਬਾਊਟ ਇਲੈਕਟ੍ਰਿਸਿਟੀ, ਕਿ 2 ਮਹੀਨਿਆਂ ਬਾਅਦ ਕਿਸੇ ਨੂੰ ਦਿੱਕਤ ਨਾ ਹੋਵੇ। ਹੋਰ ਕੁਝ ਹੋਰ ਵੀ ਹੋ ਸਕਦਾ ਹੈ। ਵੀ ਵਿਲ ਗੋ ਐਂਡ ਟੈਲ ਗਵਰਨਰ ਸਾਹਿਬ, ਸਰ ਇਹ ਇhtiyat ਵਰਤੇ ਜਾਣ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤ ਮਿਲੇ। ਇਹ ਬੜੀ ਵੱਡੀ ਮੋਟੀਵੇਸ਼ਨ ਹੈ ਸਾਡੀ। ਐਂਡ ਵੀਲ ਡੂ ਇਟ ਔਨ ਥਰਸਡੇ, ਆਲ ਆਰ ਇਨਵਾਈਟਡ। ਹੁਣ ਮਹਾਰਾਜ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਤੁਸੀਂ ਇੱਕ ਇੱਕ ਕਰਕੇ ਸਵਾਲ ਪੁੱਛੋ। ਦੂਜੀ ਗੱਲ, ਮੁੱਦੇ ਇਹ ਸੀ, ਕਦੇ ਸਵਾਲ ਪੁੱਛ ਕੇ ਮੁੱਦੇ ਹੀ ਨਾ ਕਿਸੇ ਹੋਰ ਪਾਸੇ। ਇੱਕ ਮਿੰਟ ਭਾਜੀ, ਪਲੀਜ਼, ਮੈਂ ਕਿਤੇ ਨਹੀਂ ਜਾਣਾ ਜਦ ਤੁਸੀਂ ਸਵਾਲ ਪੁੱਛਣੇ, ਉਹ ਵੀ ਕਲੀਅਰ ਕਰ ਹੀ ਦਿਓ ਜੀ। ਮੈਂ ਇੱਕ ਮਿੰਟ, ਇਹ ਅਸਲੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀਆਂ ਗੱਲਾਂ ਨੇ। ਇਹ ਮੁੱਦਿਆਂ ਦੀ ਪਹਿਰੇਦਾਰੀ ਹੈ ਜਿਹਦਾ ਬੀੜਾ ਅਸੀਂ ਚੁੱਕਿਆ, ਔਰ ਕਾਂਗਰਸ ਇਹ ਕਰਦੀ ਰਹੇਗੀ। ਸਮਝੋ ਮੇਰੀ ਗੱਲ। ਮੈਂ ਕਰਾਂਗਾ, ਪ੍ਰਧਾਨ ਕਰੇਗਾ, ਬਾਜਵਾ ਸਾਹਿਬ ਕਰਨਗੇ, ਸਾਰੇ ਕਰਨਗੇ। ਅੱਜ ਉਹਨਾਂ ਨੇ ਕਿਹਾ ਮੈਂ ਕਰਾਂ, ਮੈਂ ਮੋਸਟ ਵੈਲਕਮ। 2 ਦਿਨ ਪਹਿਲਾਂ ਰਾਜੇ ਦਾ ਫੋਨ ਆਇਆ ਮੈਨੂੰ, ਕਹਿੰਦਾ ਭਾਜੀ ਮੈਂ ਆਉਣਾ। ਮੈਂ ਹੁਣੇ ਆ ਜਾ, ਅੱਜ ਹੀ ਆ ਜਾ। 4 ਬੰਦੇ ਸੀਗੇ ਨਾਲ, ਮੈਂ ਕਿਹਾ ਜੀ ਅੱਜ ਹੀ ਆ ਜਾ। ਕਹਿੰਦਾ ਨਹੀਂ ਭਾਜੀ ਮੈਂ 2 ਦਿਨਾਂ ਬਾਅਦ ਆਉਂਗਾ। ਮੈਂ ਮੋਸਟ ਵੈਲਕਮ। ਠੀਕ ਹੈ, ਉਹ ਲੋਕਾਂ ਦੇ ਘਰਾਂ ਜਾ ਰਿਹਾ। ਜਿੱਦਣ ਮੇਰੇ ਘਰੇ ਆਊਗਾ ਸਾਰੇ ਦਰਵਾਜ਼ੇ ਖੁੱਲੇ, ਅੱਜ ਤੱਕ ਨਹੀਂ ਆਇਆ। ਚਲੋ ਕੋਈ ਗੱਲ ਨਹੀਂ, ਜਿੱਦਣ ਆਉਣਾ ਚਾਹੇ ਉਸ ਦਿਨ ਆ ਸਕਦਾ। ਮੈਂ ਪਬਲਿਕਲੀ ਕਹਿ ਰਿਹਾ।
ਠੀਕ ਹੈ ਜੀ। ਜਿੱਦਣ ਉਹ ਅੰਮ੍ਰਿਤਸਰ ਆਇਆ 10 ਦਿਨ ਪਹਿਲਾਂ ਪ੍ਰੋਗਰਾਮ ਬਣਿਆ ਹੋਇਆ ਸੀਗਾ ਢਿੱਲੋਂ ਸਾਹਿਬ। ਇਟ ਵਾਸ ਮੇਡ, ਤੁਸੀਂ ਮੇਰੇ ਟਵਿੱਟਰ ਤੇ ਜਾਇਓ, ਮੈਂ ਢਿੱਲੋਂ ਸਾਹਿਬ ਦੇ ਘਰੇ ਗਿਆ ਸੀਗਾ, ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਿਹੜਾ ਬਲੱਡ ਕਲੌਟ, ਤੇ ਮੈਂ ਉਹਨਾਂ ਦੇ ਘਰੇ ਗਿਆ ਸੀ। ਉੱਥੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਦੱਸੋ ਕਦੋਂ ਠੀਕ ਹੋਏ? ਕਹਿੰਦਾ ਮੈਂ ਯਾਰ ਤੂੰ ਆਇਆ ਹੁਣ ਮੈਂ ਤੇ ਘੋੜੇ ਵਰਗਾ ਹੋ ਜਾਣਾ। ਤੇ ਮੈਂ ਕਿਹਾ ਜੀ ਤੁਸੀਂ ਜਦੋਂ ਹੋ ਜਾਣਾ ਮੈਨੂੰ ਫੋਨ ਕਰਨਾ। ਕਹਿੰਦੇ 10 ਦਿਨਾਂ ਬਾਅਦ ਮੇਰੇ ਕੋਲ ਘਰੇ ਆਣਾ ਉੱਥੇ। ਮੈਂ ਕਿਹਾ ਜੀ ਮੈਂ ਉਦੋਂ ਡੇਟ ਫਿਕਸ। ਸੋ ਦਿਸ ਇਜ਼ ਵਾਟ ਆਈ ਹੈਡ ਟੂ ਸੇ। ਮੈਂ ਹੁਣ ਇੱਕ ਇੱਕ ਕਰਕੇ ਤੁਸੀਂ ਜੋ ਸਵਾਲ ਪੁੱਛਣਾ ਜ਼ਿਆਦਾ ਨਾ ਪੁੱਛਣਾ, ਤਾਂ ਕਿ ਇਹ ਮੁੱਦੇ ਹਾਈਲਾਈਟ ਕਰਨਾ, ਇਹ ਮੇਰੀ ਰਿਕੁਐਸਟ ਹੈ ਮੈਡਮ। ਅੱਛਾ ਸਿੱਧੂ ਸਾਹਿਬ ਤੁਸੀਂ ਕਿਹਾ ਸੀਗਾ ਪਹਿਲਾਂ, ਅੱਛਾ ਫਿਰ ਤੁਹਾਨੂੰ ਲੇਡੀਜ਼ ਫਸਟ। ਸਰ ਤੁਸੀਂ ਮੁੱਦਾ ਚੱਕਿਆ ਬਿਜਲੀ ਦਾ, ਤੁਹਾਨੂੰ ਡਾਊਟ ਹੈ ਕਿ ਸਰਕਾਰ ਨੇ ਐਲਾਨ ਕੀਤਾ ਪਰ ਇੰਪਲੀਮੈਂਟੇਸ਼ਨ ਨਹੀਂ ਹੋਈ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਰਕਾਰ ਕੋਲੇ ਪੈਸਾ ਹੈ ਨਹੀਂ, ਤਾਂ ਇਹ ਪਿਛਲੀ ਵਾਰ ਵੀ ਇਹ ਜਿਹੀਆਂ ਗੱਲਾਂ ਤੁਹਾਡੀ ਸਰਕਾਰ ਦੇ ਵਿੱਚ ਵੀ ਹੋਈਆਂ। ਅਲਟੀਮੇਟਲੀ ਤਾਂ ਲੋਕ ਸਫਰ ਕਰਦੇ, ਇਹਦਾ ਵੇ ਆਊਟ ਕੀ ਤੁਸੀਂ ਦੱਸ ਸਕਦੇ ਹੋ? ਦੇਖੋ ਇਹਦਾ ਵੇ ਆਊਟ ਮੈਂ ਉਦੋਂ ਵੀ ਦੱਸਦਾ ਸੀਗਾ, ਅੱਜ ਵੀ ਮੈਂ ਕਿਹਾ। ਇਹਦਾ ਵੇ ਆਊਟ ਇਹ ਹੈ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ। ਪਾਲਿਸੀ ਬਣਾਉਣ ਨੂੰ ਭੈਣ ਜੀ ਤੁਹਾਨੂੰ ਬਹੁਤ ਰਿਸਰਚ ਕਰਨੀ ਪਏਗੀ, ਤੁਹਾਨੂੰ ਬਹੁਤ ਕੁਝ ਦੇਖਣਾ ਪਏਗਾ, ਤੁਹਾਨੂੰ ਸਟੱਡੀਜ਼ ਕਰਨੀਆਂ ਪੈਣਗੀਆਂ, ਫਿਰ ਤੁਹਾਡੀ ਪਾਲਿਸੀ ਬਣੇਗੀ। ਫਿਰ ਉਹ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਪੈਸੇ ਕਿੰਨੇ ਲੱਗਣਗੇ, ਉਹ ਬਜਟਰੀ ਐਲੋਕੇਸ਼ਨ ਹੋਏਗੀ। ਫਿਰ ਉਹ ਬਜਟਰੀ ਐਲੋਕੇਸ਼ਨ ਜਿਹੜੀ ਹੈ ਬਜਟ 'ਚ ਪਾਸ ਹੋਏਗੀ, ਤਾਂ ਜਾ ਕੇ ਉਹ ਜ਼ਮੀਨ ਦੇ ਉੱਤੇ ਲਾਗੂ ਹੋਏਗੀ। ਨਹੀਂ ਤੇ ਗੱਲਾਂ ਦਾ ਕੜਾ ਜਿਹੜਾ ਸਾਰਾ ਹੀ ਵਰਤਾਈ ਜਾਂਦੇ। ਔਰ ਮੈਂ ਪਹਿਲੇ ਦਿਨ ਦਾ ਕਹਿਣਾ ਕਿ ਜੇ ਪੰਜਾਬ ਆਏਗਾ ਸਹੀ ਰਾਹ ਦੇ ਉੱਤੇ ਤੇ ਨੀਤੀਗਤ ਤੇ ਨੀਤੀਆਂ ਦੇ ਨੈਕਸਟ ਕੁਐਸਚਨ ਸਰ। ਸਾਹਿਬ ਐਸਵਾਈਐਲ ਨੂੰ ਲੈ ਕੇ ਦੀ ਗੱਲ ਕੀਤੀ ਸੀ। ਪੰਜਾਬ ਸਰਕਾਰ ਦੇ ਦੀ ਗੱਲ ਕੀਤੀ ਸਰ? ਦਾਲ ਸਰੋਂ ਦੀ ਪੰਜਾਬ ਦੇ ਵਿੱਚ ਸਰਵ ਸਟੇਸ਼ਨ ਇੱਕੋ ਇੱਕ ਸੀਗਾ ਬਠਿੰਡੇ ਦੇ ਵਿੱਚ। ਪਹਿਲਾਂ ਉਹ ਸਟੇਡੀਅਮ ਬਣਾਇਆ, ਇੱਥੇ ਬਰਾਨੀ ਇਲਾਕਾ ਸੀਗਾ, ਉਹ ਖਤਮ ਕਰਤਾ। ਸ਼ੁਕਰ ਆ ਚਲੋ ਕਾਂਗਰਸ ਦੀ ਸਰਕਾਰ ਨਹੀਂ ਆਈ ਤਾਂ ਸਾਡਾ ਫਰੂਟ ਰਿਸਰਚ ਸਟੇਸ਼ਨ ਵੀ ਸਟੇਡੀਅਮ ਦੀ ਭੇਟ ਚੜ ਜਾਣਾ ਸੀ। ਮੱਤੇਵਾਲ ਉਹ ਵੀ ਜਿਹੜਾ ਕੀ ਕਹਿੰਦੇ ਆ ਸੋਇਆਬੀਨ ਦਾ ਰਿਸਰਚ ਸਟੇਸ਼ਨ ਹੈ, ਉਹਦੇ ਉੱਤੇ ਵੀ ਅੱਖ ਰੱਖ ਲਈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿੰਨੇ ਸਬ ਰਿਸਰਚ ਸਟੇਸ਼ਨ ਨੇ ਸਾਰਿਆਂ ਨੂੰ ਖਤਮ ਕੀਤਾ ਜਾ ਰਿਹਾ। ਰਿਸਰਚ ਜ਼ੀਰੋ ਹੈ, ਪਿੰਡਾਂ ਦੇ ਵਿੱਚ ਕੋਈ ਸਾਇੰਟਿਸਟ ਨਹੀਂ ਜਾ ਰਿਹਾ। ਫਿਰ ਦਾਲਾਂ ਲੱਗਣਗੀਆਂ ਕਿਵੇਂ ਤੇ ਵਿਕਣਗੀਆਂ? ਬੜਾ ਵਧੀਆ ਸਵਾਲ। ਦੇਖੋ ਭਾਜੀ, ਮੈਂ ਆਪਣੀ ਗੱਲ ਨੂੰ ਰੀਇਟਰੇਟ ਕਰਦਾ, ਜਿਹੜੀਆਂ ਗੱਲਾਂ ਮੈਂ ਪਹਿਲਾਂ ਦੁਹਰਾਈਆਂ ਨੇ ਉਹਨਾਂ ਨੂੰ ਸ਼ਾਇਦ ਬਾਰ-ਬਾਰ ਦੁਹਰਾਉਣਾ ਚਾਹੀਦਾ। ਮੈਂ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਇਨਕਮ। ਤੁਸੀਂ ਅਗਰ ਰਿਸਰਚ ਸੈਂਟਰ ਖੋਲ੍ਹਣਾ ਹੈ, ਤੁਸੀਂ ਅਗਰ ਕੋਈ ਵੀ ਸੈਂਟਰ ਖੋਲ੍ਹਣਾ ਹੈ, ਤੁਹਾਨੂੰ ਉਹਨੂੰ ਚਲਾਉਣ ਦੇ ਲਈ ਪੈਸੇ ਚਾਹੀਦੇ ਆ। ਸਮਝੇ? ਇਨਕਮ ਤਾਂ ਸਾਰੀ ਲੋਕਾਂ ਦੀ ਨਿੱਜੀ ਜੇਬ 'ਚ ਜਾਈ ਜਾਂਦੀ ਹੈ। ਉਸ ਮਾਫੀਏ ਦੇ ਖਿਲਾਫ ਮੈਂ ਲੜਿਆ ਔਰ ਮੈਂ ਪਹਿਲੇ ਦਿਨ ਤੋਂ ਪਹਿਲੀ ਕੈਬਨਿਟ ਤੋਂ ਸੱਤਾ ਨਹੀਂ ਮਾਣੀ, ਉਸ ਸੱਤਾ ਨੂੰ ਸਵਾਲ ਕੀਤੇ ਵੀ ਮਹਾਰਾਜ ਲਾਓ ਇਹ ਪਾਲਿਸੀ। ਇੱਕੋ ਚੀਜ਼ ਐਸੀ ਹੈ ਜਿਹੜੀ GST ਤੋਂ ਬਾਹਰ ਹੈ, ਰੇਤਾ ਸ਼ਰਾਬ, ਲਾਓ ਐਟ। ਜੇ ਤਮਿਲਨਾਡੂ 36,000 ਕਰੋੜ ਰੁਪਇਆ ਕੱਢ ਸਕਦਾ ਹੈ ਔਰ ਬਗੈਰ ਅੱਧੀ ਖਪਤ ਸਾਡੀ ਡਬਲ, ਤੇ ਭਾਈ ਅਸੀਂ ਕਿਉਂ ਨਹੀਂ? ਨੌਕਰੀਆਂ ਆਪਣੇ ਆਪ ਆਣਗੀਆਂ। ਉਹ 40,000 ਨੂੰ ਦਿੰਦੇ ਆ, 300 ਕਰੋੜ ਰੁਪਏ ਦੀ ਨੌਕਰੀ ਦਿੰਦੇ ਆ, ਠੀਕ ਹੈ ਜੀ। ਰੇਤਾ ਪਰ ਕਿਉਂਕਿ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਹੈ ਔਰ ਠੇਕੇਦਾਰ ਅੱਗੇ ਹੈ ਤੇ ਪਿੱਛੇ ਕੋਈ ਹੋਰ ਹੈ, ਤੁਹਾਨੂੰ ਵੀ ਪਤਾ ਕਿਹੜਾ ਹੈ, ਕਿਸੇ ਦਾ ਕੁੱਕ ਹੈ ਤੇ ਕਿਸੇ ਦਾ ਕੋਈ ਹੈ। ਸਮਝੋ ਮੇਰੀ ਗੱਲ? ਉਹ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਪੋਲੀਟੀਸ਼ੀਅਨ ਜਾਂ ਕੋਈ ਹੋਰ ਕੋਈ ਵੀ ਹੋ ਸਕਦਾ ਹੈ, ਠੀਕ ਹੈ ਜੀ। ਮੈਂ ਕਿਸੇ ਦਾ ਨਾਮ ਲਿੱਤਾ ਹੀ ਨਹੀਂ ਅੱਜ ਤੱਕ। ਉਹ ਆਨੰਦ ਮਾਣ ਰਹੇ ਨੇ, ਕਾਟਲ ਬਣੇ ਹੋਏ ਨੇ, ਕਾਟਲ। ਕੱਢੋ L1 ਦੇ ਲਾਇਸੈਂਸ 15,000 ਕਰੋੜ ਰੁਪਏ ਜਿਹਦੇ ਰਿਸ਼ਤੇਦਾਰਾਂ ਕੋਲ ਨੇ, ਪਿਛਲੇ ਵੀ ਕੱਢ ਲਓ। ਚਲੋ ਡੰਕੇ ਦੀ ਚੋਟ ਤੇ ਕਹਿੰਦਾ ਇਹੀ ਹੈ ਇਮਾਨਦਾਰੀ ਦੀ ਤਾਕਤ, ਇਹ ਮੋਰਲ ਅਥਾਰਟੀ ਦੀ ਤਾਕਤ ਹੈ। ਸਵਾਲ ਕਰਨ ਵਾਲਾ ਉਹੀ ਹੋ ਸਕਦਾ, ਨਹੀਂ ਤਾਂ ਪਰਾਏ ਪੁੱਤ ਫੱਟਦੇ ਨੇ, ਬਾਹਮ ਰੋਡ ਕੇ ਈਡੀ ਭੇਜ ਦਿੰਦੇ। ਅੱਛਾ ਸਰ ਦੂਸਰੀ ਗੱਲ ਜੀ, ਅੱਛਾ ਦੂਸਰੀ ਗੱਲ ਸਰ ਇਹ ਸੀਗਾ ਇਹਦੇ ਉੱਤੇ ਜਿਹੜੀਆਂ ਗਵਰਨਮੈਂਟ ਰਿਸਰਚ ਲੈਂਡਸ ਨੇ, ਕੀ ਇਹਨਾਂ ਦੇ ਉੱਤੇ ਜਿਹੜਾ ਵੇਚਣ ਦੀ ਪਿਛਲੇ ਰੀਤ ਚੱਲ ਰਹੀ ਹੈ ਸਰਕਾਰਾਂ ਦੀ, ਕੀ ਬੰਦ ਨਹੀਂ ਹੋਣੀ ਚਾਹੀਦੀ? ਯੂ ਆਰ ਦੀ ਕਸਟੋਡੀਅਨ ਆਫ ਦਾ ਲੈਂਡ। ਐਬਸੋਲੂਟਲੀ ਰਾਈਟ ਸਰ। ਤੁਸੀਂ ਜਿਹੜਾ 3 ਲੱਖ ਕਰੋੜ ਦੀ ਗੱਲ ਕਰਦੇ ਹੋ, 3 ਲੱਖ ਨਹੀਂ ਹੈ। ਮੈਂ ਬੜਾ ਕੈਟੇਗੋਰੀਕਲੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਹੈ। ਇਹ 5 ਲੱਖ ਕਰੋੜ ਹੈ, ਕਿਉਂਕਿ 5 ਲੱਖ ਕਰੋੜ 'ਚ ਸੌਫਟ ਲੋਨ ਨੇ। ਪੁੱਛੋ ਕਿਹਦੀ ਸਰਕਾਰ ਦੇ ਵਿੱਚ ਰੈਸਟ ਹਾਊਸ ਵੀ ਗਿਰਵੀ ਰੱਖਤੇ, ਮਿਊਨਿਸਪਲ ਕਮੇਟੀ ਦੀਆਂ ਬਿਲਡਿੰਗਾਂ ਗਿਰਵੀ ਪਈਆਂ ਨੇ ਔਰ ਕੋਟੀਆਂ ਦੇ ਤੁਸੀਂ ਪਤਾ ਕਰੋ ਸਰਕਟ ਹਾਊਸ ਵਿਕ ਗਏ।
ਸਰਕਟ ਹਾਊਸ ਵਿਕੇ, ਹਾਂਜੀ ਜੇਲਾਂ ਵਿਕੀਆਂ, ਤੇ ਉਹ ਮਹਾਰਾਜ 3 ਲੱਖ ਕਰੋੜ 'ਚ ਨਹੀਂ ਆਉਂਦਾ, ਉਹ 3 ਲੱਖ ਕਰੋੜ ਤੋਂ ਵੱਧ ਹੈ। ਇਸ ਕਰਕੇ ਮੈਂ ਕਹਿੰਦਾ ਸਾਹਿਬ ਤੁਹਾਡਾ ਬੜਾ ਸੋਹਣਾ ਸਵਾਲ ਹੈ। ਇਸ ਕਰਕੇ ਮੈਂ ਕਹਿੰਦਾ ਕਿ ਮੈਨੂੰ ਕੋਈ ਲੋੜ ਨਹੀਂ ਸੀ ਕਿ ਮੈਂ ਇੰਨੀ ਇਨਕਮ ਨੂੰ ਛੱਡ ਕੇ ਮੈਂ ਮੌਤਾ ਜੀ ਹੈ, ਮੈਂ ਕੋਈ ਮਿਨਿਸਟਰ ਦੇ ਕਰਕੇ ਜਾਣਾ ਜਾਣਾ। ਹਾਂਜੀ 20 ਸਾਲ ਕ੍ਰਿਕਟ ਖੇਡਿਆ, ਕਮੈਂਟਰੀਆਂ ਕੀਤੀਆਂ, ਮਤਲਬ ਤੁਸੀਂ ਕੀ ਜਾਣੋ, ਲੇਕਿਨ ਮੈਨੂੰ ਸੰਤੁਸ਼ਟੀ ਇਹਦੀ ਹੈ ਕਿ ਮੈਨੂੰ ਪਤਾ ਮੈਂ ਅਗਲੀ ਪੀੜ੍ਹੀ ਦੀ ਲੜਾਈ ਲੜ ਰਿਹਾ। ਸਮਝੋ ਮੇਰੀ ਗੱਲ, ਔਰ ਇਹ ਬਹੁਤ ਵਧੀਆ ਸਵਾਲ ਹੈ। ਹੁਣ ਕਹਿੰਦੇ ਜਿਹੜਾ ਕਰਜ਼ਾ ਚੜਿਆ ਹੈ ਪੰਜਾਬ ਤੇ, ਅਸੀਂ ਰਿਕਵਰੀ ਕਰਾਂਗੇ, ਇਹਦੀ ਪੂਰੀ ਜਾਂਚ ਕਰਾਂਗੇ, ਭਗਵੰਤ ਮਾਨ ਕਹਿੰਦੇ ਨੇ। ਮੈਂ ਕਹਿੰਦਾ ਜੇ ਰਿਕਵਰੀ ਉਹ ਕਰਨੀ ਹੈ ਨਾ, ਮੇਰੀ ਕਮੇਟੀ ਬਣੀ ਸੀ ਜ਼ਮੀਨਾਂ ਦਾ ਬਣਾ, ਮੈਂ ਲੜ ਕੇ ਲਈ ਸੀ। ਸੈਂਡ ਦੀ ਕਮੇਟੀ ਮੈਂ ਲੜ ਕੇ ਲਈ ਸੀ, ਸ਼ਰਾਬ ਦੀ ਦਿੱਤੀ ਨਹੀਂ ਕਿਉਂਕਿ ਪਤਾ ਸੀ ਸਰਦਾਰ ਪੋਤੜੇ ਖੋਲ ਦੂ, ਠੀਕ ਹੈ, ਮੈਂ ਫਿਰ ਵੀ ਖੋਲਦਾ ਰਿਹਾ। ਉਹ ਕਮੇਟੀ ਦੀ ਰਿਪੋਰਟ ਕਢਾ ਲੈਣ। ਉਸ ਕਮੇਟੀ ਦੇ ਵਿੱਚ ਦੇਖੋ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ, 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਤਾਂ ਕੱਲੀ ਮੋਹਾਲੀ ਡਿਸਟ੍ਰਿਕਟ ਹੈ, 28 ਡਿਸਟ੍ਰਿਕਟ ਨੇ, ਤੇ ਕਈ ਕਿਉਂ ਜਾਂਦੇ ਹੋ, ਤੇ ਜਿਹਨੂੰ ਮੈਂ ਬਣਾ ਕੇ ਦਿੱਤੀ ਰਿਪੋਰਟ ਉਹਦਾ ਨਾਂ ਸੀ ਵਿੱਚ, ਮੈਂ ਕਹਿ ਰਿਹਾ ਉਹਦਾ ਨਾਂ ਸੀ ਇਹਦਾ, ਮੈਂ ਤਾਂ ਨਹੀਂ ਦਿੱਤਾ ਨਾਂ ਦਿੱਤਾ ਜਸਟਿਸ ਕੁਲਦੀਪ ਸਿੰਘ ਨੇ, ਪੜ੍ਹ ਲਓ। ਹੁਣ ਜਿਹਨੂੰ ਮੈਂ ਦੇ ਰਿਹਾ ਜਦੋਂ ਉਹੀ ਵਿੱਚ ਦੱਬੀ ਬੈਠਾ 300, ਤੇ ਇਨਸਾਫ ਕਿੱਥੋਂ ਆਉਣੇ ਆ? ਅੱਜ ਉਹ ਨਹੀਂ ਹੈਗੇ, ਅੱਜ ਉਹ ਨਹੀਂ, ਮੈਂ ਨਾਂ ਨਹੀਂ ਲੈਣੇ ਫਿਰ ਕੇ, ਅੱਜ ਉਹ ਨਹੀਂ ਹੈਗੇ, ਤੁਸੀਂ ਨਵੇਂ ਹੋ ਕੇ ਆਏ ਹੋ, ਠੋਕਦੇ ਹੋ। ਸਰਕਾਰ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜਿਹੜਾ ਉਹ ਕਹਿੰਦੇ ਵੀ ਅਸੀਂ ਰਿਕਵਰੀ ਕਰਾਂਗੇ, ਪੂਰੀ ਜਾਂਚ? ਮੈਂ ਕਹਿੰਦਾ ਮੈਂ ਵਧਾਈ ਦਿੰਦਾ, ਚੋਰ ਨੂੰ ਠੋਕਣ ਦੇ ਵਿੱਚ ਕੋਈ ਉਹ ਕਿੰਤੂ ਪਰੰਤੂ ਹੈ, ਰਗੜ ਦਿਓ। ਕੌਣ ਰੋਕਦਾ? ਮੈਂ ਨਾ ਕੌਣ ਰੋਕਦਾ? ਮੈਂ ਕਹੂੰਗਾ ਵੀ ਸਾਰਿਆਂ ਦੇ ਨਾਂ ਕਰੋ, ਖਹਿਰਾ ਸਾਹਿਬ ਵੀ ਕਹੀ ਜਾਂਦੇ ਆ, ਮੈਨੂੰ ਫੋਨ ਕਰਦਾ ਰਹੋ, ਲਓ ਕਰੋ ਲਾਗੂ ਨਾਲ ਦੀ ਨਾਲ, ਔਰ ਦੱਸੋ ਵੀ ਕਿਹੜੇ ਪਤਵੰਤੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਦੱਬੀਆਂ। ਸਿੱਧੂ ਸਾਹਿਬ ਹਾਈ ਕਮਾਨ ਨੇ ਸੁਨੀਲ ਜਾਖੜ ਤੋਂ ਜਵਾਬ ਮੰਗਿਆ, 15 ਦਿਨ ਬੀਤ ਚੁੱਕੇ ਨੇ ਪਰ ਨੋਟਿਸ ਦਾ ਜਵਾਬ ਨਹੀਂ ਦਿੱਤਾ, ਤੁਸੀਂ ਮੁਲਾਕਾਤ ਕੀਤੀ? ਭਾਈ ਜੀ ਮੈਂ ਜਾਖੜ ਸਾਹਿਬ ਨੂੰ ਕਿਸੇ ਨੂੰ ਵੀ ਕਾਂਗਰਸ ਦੇ ਬੰਦੇ ਨੂੰ ਮਿਲ ਸਕਦਾ, ਇਹਦੇ ਚ ਨੋਟਿਸ ਕਿੱਥੋਂ ਆ ਗਿਆ? ਨੋਟਿਸ ਬਾਰੇ ਮੈਂ ਇਹੀ ਕਹਿਣਾ ਹੈ, ਬੱਸ 'ਚ ਫੱਟੀ ਲਿਖੀ ਹੁੰਦੀ ਹੈ, ਸਵਾਰੀ ਆਪਣੇ ਸਮਾਨ ਦੀ ਆਪ। ਸੁਰਜੀਤ ਸਿੰਘ ਘਮਾਨ ਬੈਠੇ ਨੇ, ਰਾਜਾ ਵੜਿੰਗ ਦਾ ਵਿਰੋਧ ਕੀਤਾ ਸੀ, ਪਾਰਟੀ ਤੋਂ ਬਾਹਰ ਕੀਤਾ ਸੀ, ਪਰ ਅੱਜ ਤੁਹਾਡੇ ਨਾਲ ਬੈਠੇ ਨੇ। ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਪਾਰਟੀ ਸੀ, 100 ਬੰਦਿਆਂ ਨੇ ਮੇਰਾ ਵਿਰੋਧ ਕੀਤਾ, ਮੈਂ ਕੁਝ ਕਿਹਾ? ਨਹੀਂ ਤੁਸੀਂ ਗੱਲ ਮੰਨਦੇ ਆ, ਸਹੀ ਮੰਨਦੇ ਹੋ? ਦੇਖੋ ਮੇਰੀ ਇੱਕ ਗੱਲ ਨੂੰ ਸਮਝ ਲਓ, ਮੈਂ ਧਮਾਨ ਨੂੰ ਇੱਕ ਐਸੈਟ ਬਣਾ ਪਹਿਲੇ ਦਿਨ। ਜਿਹੜਾ ਬੰਦਾ 3 ਵਾਰ ਐਮਐਲਏ ਬਣ ਗਿਆ, ਸਮਝਿਆ ਨਹੀਂ, ਔਰ ਜਿਹੜਾ ਬੰਦਾ ਆਪਣੇ ਸੂਬੇ ਦੇ ਵਿੱਚ, ਮੈਂ ਤੇ ਜਿਹੜਾ ਪ੍ਰਧਾਨ ਲਾਇਆ ਸੀ ਜ਼ਿਲ੍ਹੇ ਦਾ, ਮੈਂ ਤੈਨੂੰ ਪੁੱਛ ਕੇ ਲਾਇਆ ਜਸਵਿੰਦਰ ਨੂੰ ਇਲੈਕਸ਼ਨ ਲੜਾਈ। ਵੇਖੋ ਸਵਾਲ ਇੰਨਾ ਹੀ ਹੈ ਕਿ ਤੁਹਾਡੇ ਨਿੱਜੀ ਕਿਸੇ ਨਾਲ ਡਿਫਰੈਂਸ ਹੋ ਸਕਦੇ ਆ, ਹੁਣ ਇਹ ਡੈਮੋਕ੍ਰੇਸੀ ਦੀ ਬਿਊਟੀ ਹੈ ਕਿ ਤੁਸੀਂ ਕਿਸੇ ਨਾਲ ਤੁਹਾਡੇ ਡਿਫਰੈਂਸ ਹੁੰਦੇ ਨੇ, ਤੁਸੀਂ ਇੱਕ ਸੰਸਥਾ 'ਚ ਕੰਮ ਕਰਦੇ ਹੋ, ਡਿਫਰੈਂਸ ਹੋ, ਲੇਕਿਨ ਉਹਦਾ ਮਤਲਬ ਇਹ ਥੋੜਾ ਨਾ ਵੀ ਹੁਣ ਇੱਕ ਦੂਜੇ ਤੋਂ ਪਾਸੇ ਹੋ ਜੀ। ਮੈਂ ਮਿਲਦਾ ਜਾਖੜ ਸਾਹਿਬ ਨੂੰ ਮਿਲਦਾ, ਕਈ ਬੰਦਿਆਂ ਨੇ ਮੈਨੂੰ ਗਾਲਾਂ ਕੱਢੀਆਂ, ਮੈਂ ਜਵਾਬ ਵੀ ਨਹੀਂ ਦਿੰਦਾ, ਕਿਉਂਕਿ ਮੇਰੀ ਲੜਾਈ ਛੋਟੀ ਨਹੀਂ ਹੈ, ਨਿੱਜੀ ਨਹੀਂ ਹੈ, ਮੇਰੀ ਲੜਾਈ ਪੰਜਾਬ ਦੀ ਹੈ। ਮੈਨੂੰ ਮਾੜਾ ਕਹਿਣ ਨਾਲ ਮੈਂ ਮਾੜਾ ਹੋ ਜੂ? ਫ੍ਰੈਂਕਲੀ ਇਲੈਕਸ਼ਨ ਵੇਲੇ ਤੁਹਾਡੀ ਪੰਜਾਬ ਦਾ ਮਾਡਲ ਸੀਗਾ ਉਹ ਕਾਂਗਰਸ ਨੇ ਰੱਦ ਕਰ ਦਿੱਤਾ। ਇਹ ਕਹਿੰਦਾ ਸੀ ਕਿ ਪੰਜਾਬ ਮਾਡਲ ਨਹੀਂ ਕਾਂਗਰਸ ਮਾਡਲ ਲਾਗੂ ਹੋ ਗਿਆ। ਬਹੁਤ ਸਾਰੇ ਆਗੂਆਂ ਨੇ ਬਿਆਨ ਕੀਤੇ, ਤੁਸੀਂ ਅੱਜ ਵੀ ਉਸ ਮਾਡਲ ਤੇ ਖੜੇ ਹੋ। ਤੁਹਾਡਾ ਜਿਹੜਾ ਰਾਹ ਹੈ ਤੁਸੀਂ ਕੱਢਿਆ ਹੋਇਆ ਪਿਛਲੇ ਕਈ ਦਿਨਾਂ ਤੋਂ, ਇਹ ਲੱਗਦਾ ਹੈ ਕਿ ਕਿਸੇ ਪਾਸੇ ਨੂੰ ਹੋਰ ਜਾ ਰਹੇ। ਭਾਈ ਜੀ ਤੁਸੀਂ ਬੜਾ ਸੋਹਣਾ ਸਵਾਲ ਕੀਤਾ। ਕਾਂਗਰਸ ਨੇ ਤਾਂ ਲਾਸਟ ਡੇ ਮੈਨੀਫੈਸਟੋ ਕੀਤਾ, ਉਸ ਕੀ ਹੈ ਪੰਜਾਬ ਮਾਡਲ, ਸਾਰਾ ਪੜ੍ਹ ਲਓ। ਮੇਰੇ ਨਾਲ AICC ਦੇ ਸੈਕਟਰੀ ਬੈਠੇ ਆ, ਮੇਰੇ ਨਾਲ ਮਾਖਨ ਸਾਹਿਬ ਬੈਠੇ ਆ, ਮੇਰੇ ਨਾਲ 4 AICC ਦੇ ਬੰਦੇ ਹੋਰ ਬੈਠੇ ਆ, ਮੇਰੇ ਨਾਲ ਪ੍ਰਧਾਨ ਬੈਠਾ, ਮੇਰੇ ਨਾਲ ਚੀਫ ਮਿਨਿਸਟਰ ਬੈਠਾ, ਸਾਰਾ ਪੰਜਾਬ ਮਾਡਲ ਉੱਤੇ ਦਿੱਤਾ। ਤੁਸੀਂ ਦੇਖੋ ਉਹ ਤਾਂ ਔਨ ਰਿਕਾਰਡ ਹੈ। ਨਸ਼ਿਆਂ ਦਾ ਜਿਹੜਾ ਪੰਜਾਬ ਦੇ ਵਿੱਚ ਹੈ, ਨਸ਼ਿਆਂ ਦਾ ਜਿਹੜਾ ਮੁੱਦਾ ਸੀਗਾ ਜੀ, ਹੁਣ ਬਿਜਲੀ ਦਾ ਮੁੱਦਾ ਆ ਗਿਆ, ਦੂਜੇ ਮੁੱਦੇ ਆ ਗਏ, ਕਿਤੇ ਨਾ ਕਿਤੇ ਆ ਗਿਆ, ਪਰ ਰੋਜ਼ ਤੁਸੀਂ ਦੇਖੋ ਬਠਿੰਡਾ ਦੇ ਵਿੱਚ ਵੀ ਨੌਜਵਾਨਾਂ ਦੀਆਂ ਮੌਤਾਂ ਉਸ ਤਰ੍ਹਾਂ ਹੋ ਰਹੀਆਂ। ਸਾਰਿਆਂ ਨੂੰ ਪ੍ਰਾਇਰਟੀ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਨਹੀਂ ਲੈਣੀ ਚਾਹੀਦੀ। ਦੇਖੋ ਇਹ ਫਿਰ ਇੱਕ ਬੜਾ ਵਧੀਆ ਸਵਾਲ ਹੈ। ਦੇਖੋ ਜੀ ਤੁਸੀਂ ਇਹ ਭਾਜੀ ਇੱਕ ਮਿੰਟ, ਇਹ ਸਵਾਲ ਦੇਖੋ ਇਹਨਾਂ ਨੇ ਨਸ਼ਿਆਂ ਦਾ ਕੀਤਾ। ਤੁਸੀਂ ਨਸ਼ੇ ਨੂੰ ਇਦਾਂ ਨਹੀਂ ਦੇਖ ਸਕਦੇ ਵੀ ਇਹ ਨਸ਼ਾ ਆਇਆ ਦੂਰ ਹੋ ਗਿਆ। ਨੰਬਰ 1 ਤੁਸੀਂ ਨੌਜਵਾਨ ਨੂੰ ਓਪਰਚੁਨਿਟੀ ਕਿੱਥੇ ਦਿੱਤੀ?
ਤੁਸੀਂ ਨੌਜਵਾਨ ਨੂੰ ਜਦੋਂ ਓਪਰਚੁਨਿਟੀ ਦਿਓਗੇ, ਉਹਨੂੰ ਕੋਈ ਹਾਏ ਦਿਓਗੇ, ਉਹਨੂੰ ਕੋਈ ਕੰਮ ਕਰਨ ਦੀ ਪ੍ਰੇਰਣਾ ਦਿਓਗੇ, ਉਹ ਨਸ਼ਾ ਕਿਉਂ ਕਰੂ? ਮੈਨੂੰ ਅਜੇ ਵੀ ਯਾਦ ਹੈ, ਇੱਥੇ ਕੋਕੇਨ ਹਾਈ ਹੈ, ਇੱਥੇ ਪਤਾ ਨਹੀਂ ਨੌਜਵਾਨ ਬੋਲਦੇ ਆ ਜੀ ਆ ਫਲਾਨੀ ਹਾਈ, ਸਾਨੂੰ ਤਾਂ ਛਿੱਕਾ ਮਾਰਨ ਦੀ ਹਾਈ। ਅਸੀਂ ਗਰਾਊਂਡ 'ਚ ਪਸੀਨੀ ਲੱਥਪੱਥ ਉਹਦੇ ਤੇ ਦੈੜ ਦੇਣੇ ਮਾਰੀਦਾ ਸੀ, ਅੱਖਾਂ ਬੰਦ ਕਰਕੇ ਅਸੀਂ ਸੋਚਿਆ ਯਾਰ ਆ ਵਧੀਆ ਠਾ, ਉਹ ਸਵੀਟ ਸਪੌਟ ਹੀ ਯਾਦ ਰਹਿਣਾ ਹੁੰਦਾ ਸੀ। ਸਵਾਮੀ ਵਿਵੇਕਾਨੰਦ ਕਹਿੰਦਾ ਭਾਈ ਰੱਬ ਲੱਭਣਾ ਫੁੱਟਬਾਲ ਦੀ ਗਰਾਊਂਡ 'ਚ ਨੌਜਵਾਨ ਨੂੰ। ਤੁਸੀਂ ਸ਼ਕਤੀ ਦਾ ਸਪੰਦਨ ਹਰੇਕ 'ਚ ਹੈ, ਤੁਸੀਂ ਉਹਨੂੰ ਸੰਚਾਲਿਤ ਕਰਨ ਲਈ ਦਿਸ਼ਾ ਦਿੱਤੀ ਹੈ। ਨੰਬਰ 1। ਨੰਬਰ 2, ਰੀਹੈਬਿਲਿਟੇਸ਼ਨ ਕਿੱਥੇ ਹੈ? ਵਿਪਰੂ ਨੋਰਫਿਨ ਦੀਆਂ ਟੇਬਲੇਟਾਂ ਦਾ ਘੁਟਾਲਾ ਹੈ, ਕਰੋੜਾਂ ਵੇਚਦੀਆਂ। ਦੱਸੋ ਕਰੋੜਾਂ ਵੇਚਦੀਆਂ? ਹਾਂਜੀ, that is not rehabilitation। ਵਿਪਰੂ ਨੋਰਫਿਨ ਨਾਲ ਕੋਈ ਰੀਹੈਬਿਲਿਟੇਸ਼ਨ ਭਾਈ ਕੰਸਲਟੈਂਸੀ ਹੁੰਦੀ ਹੈ, ਘੰਟਾ ਗੱਲਾਂ ਕਰਦੇ ਨੇ ਨਿਊਰੋਪੈਥਸ ਨਾਲ। ਉਸ ਤੋਂ ਬਾਅਦ ਨਸ਼ੇ ਚੋਂ ਨਿਕਲਣ ਦੇ ਲਈ ਘੱਟ ਤੋਂ ਘੱਟ ਨਹੀਂ ਸਾਲ ਦਵਾਈਆਂ ਖਾ ਕੇ ਫਿਰ ਬੰਦਾ ਨਿਕਲਦਾ। ਨੰਬਰ 3, ਜੌਬ ਓਪਰਚੁਨਿਟੀਜ਼ ਕਿੱਥੋਂ ਆਉਣਗੀਆਂ? ਮੈਂ ਕਿਹਾ ਸੀ ਸਰਦਾਰ ਮਨਮੋਹਨ ਸਿੰਘ ਨੇ ਆ ਕਲਸਟਰ ਫਾਰਮ ਦੇ ਵਿੱਚ ਨੌਕਰੀਆਂ ਦਿੱਤੀਆਂ ਸੀ, ਅਸੀਂ ਕਲਸਟਰ ਬਣਾਵਾਂਗੇ। ਚੁੱਕ ਲਓ, ਮੇਰੇ ਘਰ ਦੀ ਥੋੜਾ ਨਾ, ਮੇਰਾ ਤਾਂ ਅਨੁਭਵ ਹੈ 18 ਸਾਲਾਂ ਦਾ। ਚੁੱਕ ਲਓ ਕਲਸਟਰਾਂ ਦੇ ਵਿੱਚ, ਦੇਖੋ ਕਿੰਨੀਆਂ ਨੌਕਰੀਆਂ ਠਾਂ ਕਰਦੀਆਂ। ਜਿਹੜੀ ਜਗ੍ਹਾ ਦੇ ਉੱਤੇ ਜੋ ਉਗਦਾ, ਜਿਹੜੀ ਜਗ੍ਹਾ ਦੇ ਵਿੱਚ ਜਿਹੜੀ ਐਕਸਪਰਟੀਜ਼ ਹੈ, ਇੱਥੇ ਕਪਾਹ ਹੈ, ਸਪਿਨਿੰਗ ਮਿਲਾਂ ਲਾਓ, ਕਲਸਟਰ ਫਾਰਮੇਸ਼ਨ ਕਰੋ। ਔਰ ਨੌਜਵਾਨਾਂ ਨੂੰ ਪੌਣੇ ਘੰਟੇ ਦਾ ਸੰਬੋਧਨ ਹੈ, ਚੱਕੋ ਟਵਿੱਟਰ ਦੇ ਉੱਤੇ ਦੇਖੋ 45 ਮਿੰਟ ਦਾ ਉਹ ਇੱਕ ਸੋਲੂਸ਼ਨ ਹੈ ਉਹਦੇ 'ਚ। ਲੇਕਿਨ ਪੋਲੀਟੀਕਲ ਵਿਲ ਚਾਹੀਦੀ ਹੈ, ਨੰਬਰ 1। ਨੰਬਰ 2, ਐਡਮਿਨਿਸਟ੍ਰੇਟਿਵ ਪਾਵਰ ਚਾਹੀਦੀ ਹੈ। ਸਾਨੂੰ ਤਾਂ ਪ੍ਰਧਾਨ ਹੋਣ ਦੇ ਨਾਤੇ ਬੰਦਾ ਨਹੀਂ ਲਾਣ ਦਿੱਤਾ। 3 ਮਹੀਨੇ ਅਸਤੀਫਾ ਦੇ ਹੀ ਰੱਖਿਆ ਵੀ ਭਾਈ ਡੀਜੀਪੀ ਬਦਲੋ, ਤੇ ਲੜਾਈਆਂ ਬੜੀਆਂ ਲੜੀਆਂ। ਕਿਹੜੀ ਉਹਦੇ ਦੀ ਲੜਾਈ ਲੜੀ? ਹੁਣ ਅੱਜ ਕਿਹੜੇ ਉਹਦੇ ਲਈ ਲੜ ਰਹੇ ਹਾਂ? ਮੈਂ ਸਿੱਧੂ ਸਾਹਿਬ ਜਿਹੜੀ ਬਿਜਲੀ ਦੀ ਆਪਾਂ ਗੱਲ ਕਰਦੇ ਹਾਂ, ਨਸ਼ਿਆਂ ਦੇ ਮਾਮਲੇ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ। ਅੱਜ ਪੀਜੀਆਈ ਦੀ ਰਿਪੋਰਟ ਆਈ ਹੈ, ਮੈਂ 3 ਗੱਲਾਂ ਕਹੀਆਂ ਸਰ। ਪੀਜੀਆਈ ਦੀ ਰਿਪੋਰਟ ਆਈ ਹੈ 16% ਪੰਜਾਬ ਦੇ ਜਿਹੜੇ ਯੂਥ ਹੈ ਉਹ ਡਰੱਗ ਐਡਿਕਟ ਹੈ। ਦੁਨੀਆ ਦੇ ਵਿੱਚ 2% ਤੋਂ ਵੱਧ ਨਹੀਂ, ਹਰ 7ਵਾਂ ਪੰਜਾਬੀ ਪੀਜੀਆਈ ਕਹਿ ਰਿਹਾ ਡਰੱਗ ਐਡਿਕਟ ਹੈ। ਤੁਹਾਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਨੇ ਗੰਦਾ ਦਾ ਕੜਾਹ ਬਹੁਤ ਵੇਚਿਆ ਹੈਗਾ? ਤੁਹਾਨੂੰ ਲੱਗਦਾ ਕਿ ਇਨ ਫੈਕਟ ਇੱਥੇ ਹੁਣ ਗੰਦਾ ਦੇ ਕੜਾਹ ਦੀ ਨਹੀਂ, ਸੱਚ ਦੇ ਵਿੱਚ ਪ੍ਰੈਕਟੀਕਲੀ ਕੁਝ ਕਰਨ ਦੀ ਜ਼ਰੂਰਤ ਹੈ? ਸਰ, ਹਰ 5 ਪਿੰਡਾਂ ਦੇ ਵਿੱਚ ਖੇਡਾਂ ਦਾ ਇੱਕ ਓਪਰਚੁਨਿਟੀ ਹੋਣੀ ਚਾਹੀਦੀ ਹੈ। ਤੁਸੀਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਜਿਹੜੀਆਂ, ਵੈਸੇ ਵੀ ਸ਼ਾਮਲਾਟ ਦੀਆਂ ਜ਼ਮੀਨਾਂ ਨੇ, ਤੁਸੀਂ ਉੱਥੇ ਬੈਡਮਿੰਟਨ ਕੋਰਟ ਤੇ ਲਾਈ ਸਕਦੇ ਹੋ, ਬਾਸਕਟਬਾਲ ਕੋਰਟ ਤਾਂ ਲਾਈ ਸਕਦੇ ਹੋ, ਹੋਰ ਨਹੀਂ ਛੱਡੋ ਖਾੜਾ ਪੱਟ ਸਕਦੇ ਹੋ, ਕੌਡੀ ਮਹਾਰਾਜ। ਤੁਸੀਂ ਉਹ ਸਪੋਰਟਿੰਗ ਓਪਰਚੁਨਿਟੀ ਦਿਓ, ਪਹਿਲੀ ਗੱਲ। ਨੰਬਰ 2, ਤੁਸੀਂ ਓਪਰਚੁਨਿਟੀ ਦਿਓ ਜੌਬਸ ਦੀ। ਨੰਬਰ 3, ਰੀਹੈਬਿਲਿਟੇਸ਼ਨ ਦੀ। ਨੰਬਰ 4, ਮੈਂ ਜਿਹੜੀਆਂ ਗੱਲਾਂ ਕਰਦਾ ਕਲਸਟਰ ਫਾਰਮ ਦੇ ਵਿੱਚ ਜੌਬਸ ਦਿਓ ਨੌਜਵਾਨਾਂ ਨੂੰ। ਕਿੱਥੇ ਓਪਰਚੁਨਿਟੀ? ਕੋਈ ਵੀ ਟੈਲੈਂਟ ਇਜ਼ ਨਥਿੰਗ ਵਿਦਆਊਟ ਓਪਰਚੁਨਿਟੀ ਸਾਹਿਬ। ਦੇਅਰਫੋਰ ਨਸ਼ੇ ਨੂੰ ਸਿਰਫ ਇਦਾਂ ਹੀ ਨਾ ਦੇਖੋ, ਵੱਡੀ ਖੋਲ ਕੇ ਨਸ਼ੇ ਰੋਕ ਦਿਆਂਗੇ। ਇਹਨੂੰ 3-4 ਪ੍ਰੋਂਗਡ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਤੇ ਫਿਰ ਨਸ਼ਾ। ਕਿੰਨੇ ਰੀਹੈਬਿਲਿਟੇਸ਼ਨ ਸੈਂਟਰ ਨੇ ਸਰ ਜਿਹੜੇ ਪੰਜਾਬ ਚੱਲਦੇ ਆ? ਦਿਖਾਓ। ਤੇ ਕਿੰਨੇ ਸਪੋਰਟਿੰਗ ਸੈਂਟਰਸ ਨੇ ਆਫ ਐਕਸਲੈਂਸ? ਕਿੰਨੇ ਇਹੋ ਜਿਹੇ ਥਾਂ ਨੇ? ਇਸ ਕਰਕੇ ਇਹ ਹੋਲਿਸਟਿਕ ਅਪਰੋਚ ਹੈ, ਬਟ ਇਹਦੇ ਲਈ ਵੀ ਫੰਡਸ ਦੀ ਲੋੜ ਹੈ। ਨੈਕਸਟ ਵਨ ਸਰ, ਐਸਵਾਈਐਲ ਦੇ ਮੁੱਦੇ ਤੇ ਲੈ ਕੇ ਸੁਸ਼ੀਲ ਗੁਪਤਾ ਜੋ ਹਰਿਆਣਾ ਦੇ ਪ੍ਰਭਾਰੀ ਵੀ ਹੈ, ਰਾਜ ਸਭਾ ਸੰਸਦ ਨੇ, ਉਹਨਾਂ ਦਾ ਵੱਡੀ ਸਟੇਟਮੈਂਟ ਆਈ ਹੈ ਕਿ ਹਾਲੇ ਤੱਕ ਨਾ ਤਾਂ ਪ੍ਰਦੇਸ਼ ਜਿਹੜੀ ਸਰਕਾਰ ਹੈ ਉਹਨਾਂ ਨੇ, ਨਾ ਕੇਂਦਰ ਸਰਕਾਰ ਨੇ ਪਿੰਡਾਂ ਦੇ ਵਿੱਚ ਪਾਣੀ ਪਹੁੰਚਾਇਆ ਹਰਿਆਣਾ ਦੇ। ਅਸੀਂ ਪਹੁੰਚਾਵਾਂਗੇ। ਦੇਖੋ, ਮੇਰੀ ਗੱਲ ਨੂੰ ਧਿਆਨ ਨਾਲ ਸਮਝ ਲਓ। ਪੰਜਾਬ ਕੋਲ ਪਾਣੀ ਹੋਏ, ਜੇ ਪੰਜਾਬ ਕੋਲ ਆਪਣੀ ਜ਼ਰੂਰਤ ਲਈ ਪਾਣੀ ਹੈ ਤੇ ਦੂਆਂ ਨੂੰ ਕਿਵੇਂ ਦੇ ਦੀ? ਇੱਕ। ਨੰਬਰ 2, ਜੇ ਅੱਜ ਦੀ ਗੱਲ ਹੈ ਨਾ, ਜਿਹੜੀ ਇਹ ਟਿਊਬਵੈਲਾਂ ਵਾਲੀ ਪ੍ਰੋਬਲਮ ਹੈ, ਡਾਰਕ ਜ਼ੋਨ ਬਣ ਰਹੀ ਹੈ, ਇਹਦਾ ਜੇ ਅਸਲੀ ਕੋਈ ਸੋਲੂਸ਼ਨ ਹੈ ਤੇ ਨਹਿਰੀ ਪਾਣੀ ਹੈ ਖੇਤਾਂ 'ਚ। ਤੇ ਭਾਈ ਮੈਂ ਉਹ ਦਿਨ ਦੇਖਿਆ ਵੀ ਮੇਰਾ ਦੋਸਤ ਹੁੰਦਾ ਸੀ, ਉਹਦਾ ਫਾਦਰ ਚੀਫ ਇੰਜੀਨੀਅਰ ਹੁੰਦਾ ਸੀ ਭਗਤ ਸਿੰਘ ਸੰਧੂ। ਮੈਂ ਉਹਦੀ ਗੱਡੀ 'ਚ ਬੈਠ ਕੇ ਜਾਂਦਾ, ਟੇਲ ਤੱਕ ਪਾਣੀ ਜਾਂਦਾ ਹੁੰਦਾ ਸੀ। ਉਹ ਐਂਡ ਦੇ ਵਿੱਚ ਜਾ ਕੇ ਜਦੋਂ ਟੇਲ ਦੇ ਐਂਡ ਤੇ ਜਾਂਦੇ ਹੁੰਦੇ ਨਾ, ਔਰ ਉਹ ਰੈਸਟ ਹਾਊਸ ਜਿਹਨਾਂ ਕਦੀ ਠਹਿਰਦੇ ਹੁੰਦੇ ਸਭ ਵਿਕੇ, ਸਭ ਵੇਚਦੇ। ਮੈਂ ਨਾਂ ਨਹੀਂ ਲੈਣਾ ਕਿਹਨੇ ਵੇਚਦੇ, ਤੁਹਾਨੂੰ ਪਤਾ ਕਿਹਨੇ ਵੇਚਦੇ, ਠੀਕ ਹੈ? ਕੌਡੀਆਂ ਦੇ ਭਾਅ ਉੱਥੇ ਦੀ ਠਹਿਰਦੇ ਹੁੰਦੇ, ਐਂਡ ਤੱਕ ਟੇਲ ਦੇ ਪਾਣੀ ਜਾਂਦਾ ਹੁੰਦਾ ਸੀ। ਹੁਣ ਮੋਗੇ ਕਬਜ਼ੇ ਕੀਤੇ ਹੋਏ, ਕਿੱਥੇ ਨਾ ਨਹੀਂ ਪਾਣੀ ਸਿੱਧੂ ਸਾਹਿਬ। ਇਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਅਗਰ ਤੁਸੀਂ ਦੇਖਣਾ ਹੈ ਤੇ ਉਹਨਾਂ ਨੂੰ ਪੰਜਾਬ ਦੇ ਲਈ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ। ਜੇ ਕਿਸੇ ਨੇ ਲੈਣਾ ਤੇ ਰਾਇਲਟੀ ਦੇਵੇ। ਸਿੱਧੂ ਸਾਹਿਬ, ਹਾਂਜੀ ਸਿੱਧੂ ਸਾਹਿਬ, ਜਿੰਨੀਆਂ ਵੀ ਹੁਣ ਤੱਕ ਤੁਹਾਡੀਆਂ ਪੰਜਾਬ 'ਚ ਮੀਟਿੰਗਾਂ ਹੋਈਆਂ ਕਾਂਗਰਸ ਲੀਡਰਸ਼ਿਪ ਨਾਲ ਜਾਂ ਐਮਐਲਏ ਨਾਲ, ਇਸ ਤੋਂ ਲੈ ਕੇ ਹੁਣ ਅਗਲਾ ਪੜਾਅ ਤੁਹਾਡਾ ਕੀ ਹੋਊਗਾ? ਕੋਈ ਪੰਜਾਬ ਲੈਵਲ ਤੇ ਕੋਈ ਵੱਡਾ ਕੱਟ ਜਾਂ ਹਾਈ ਕਮਾਂਡ ਨੂੰ ਮਿਲਣਾ? ਅਸੀਂ ਸਰ ਪਹਿਲਾਂ 50-50, 100-100 ਜਿਵੇਂ ਤੁਸੀਂ ਅੱਜ ਦੇਖਿਆ ਮੌਤਬਰ ਬੰਦਿਆਂ ਨਾਲ ਮਿਲਾਂਗੇ।
ਜੀ ਫਿਰ ਅਸੀਂ ਵਰਕਰ ਮੀਟਿੰਗਾਂ ਕਰਾਂਗੇ। ਨੈਕਸਟ ਗੇੜਾ ਜਿਹੜਾ ਅਗਲਾ ਆਊਗਾ ਉਹ ਵਰਕਰ ਮੀਟਿੰਗ ਹੋਏਗੀ 500 ਦੀ 400 ਦੀ ਹਰ ਥਾਂ ਤੇ। ਅਸੀਂ ਵਰਕਰ ਮਰ ਨਹੀਂ ਦੇਣਾ ਸਾਹਿਬ, ਇਹ ਤੇ ਕੁਕੜੀ ਦੇ ਫੰਗਾਂ ਵਾਂਗ ਖਿਲਰ ਜਾਣਗੇ। ਮੈਨੂੰ ਪਤਾ ਹੈ ਕਿਵੇਂ ਖਿਲਰਨਗੇ ਇਹ, ਮੈਨੂੰ ਪਤਾ ਹੈ। ਮੈਂ ਜਾਣਦਾ ਇਹਨਾਂ ਦੇ ਪੱਲੇ ਹੀ ਕੱਖ ਨਹੀਂ। ਲੋਕ ਤੇ ਇਹ ਕਹਿੰਦੇ ਇਹਨਾਂ ਦੇ ਵੱਸਦੀ ਨਹੀਂ, ਮੈਂ ਵੀ ਕਹਿੰਦਾ, ਲੇਕਿਨ ਅਸੀਂ ਮੌਕਾ ਦੇਵਾਂਗੇ। ਐਜ਼ ਐਨ ਆਪੋਜੀਸ਼ਨ ਅਸੀਂ ਸਨਮਾਨ ਕਰਾਂਗੇ, ਅਸੀਂ ਹਰ ਤਰ੍ਹਾਂ ਸਹਿਯੋਗ ਕਰਾਂਗੇ। ਇਸ ਕਰਕੇ ਪਹਿਲਾ ਕੰਮ ਇਹ ਹੈ ਵੀ 100-200 ਬੰਦਿਆਂ ਨਾਲ ਮੁਲਾਕਾਤ ਆ। ਦੇਖੋ ਪਤਵੰਤੇ ਸੱਜਣ ਨੇ, ਕੋਈ MP ਹੈ, ਕੋਈ MLA ਹੈ, ਕੋਈ ਕੁਛ ਹੈ, ਕੋਈ ਕੁਛ, ਠੀਕ ਹੈ, ਔਰ ਸਾਰੇ ਹੀ ਸਿਆਣੇ ਨੇ। ਉਸ ਤੋਂ ਬਾਅਦ ਅਸੀਂ ਵਰਕਰ ਮੀਟਿੰਗ ਕਰਾਂਗੇ 500 ਦੀ। ਤੇ ਮਹਾਰਾਜ ਜਦੋਂ ਹੌਲੀ ਜਿਹੀ ਠੰਡ ਆਈ, ਰੈਲੀਆਂ ਦੇਖਿਓ ਥਾੜ ਕਰਦੀਆਂ। ਇਹ ਸਾਰੇ ਨਿਰਾਸ਼ ਨੇ ਜੀ ਕਾਂਗਰਸ ਲੀਡਰਸ਼ਿਪ ਤੋਂ। ਸਿੱਧੂ ਸਾਹਿਬ, ਇਹ ਸਾਰੇ ਨਿਰਾਸ਼ ਵੀ ਨੇ ਜੀ ਕਾਂਗਰਸ ਲੀਡਰਸ਼ਿਪ ਤੋਂ। ਕਿਸੇ ਦੀ ਟਿਕਟ ਘਟਦੀ, ਕਿਸੇ ਨੂੰ ਨਹੀਂ ਦਿੱਤੀ, ਜਾਂ ਕਿਸੇ ਨਾਲ ਵਿਤਕਰੇਬਾਜ਼ੀ ਹੋਈ ਹੈ, ਉਸ ਦਾ ਫਿਰ ਕੀ? ਨਿਰਾਸ਼ਾ ਦੇ ਵਿੱਚ ਪ੍ਰਤੀਕਸ਼ਾ ਅੰਨੇ ਦੀ ਲਾਠੀ ਸਮਾਨ ਹੁੰਦੀ ਹੈ ਮਿੱਤਰਾ। ਸਬਰ ਰੱਖੀਏ, ਵੱਟ ਦਿਆਂਗੇ ਕੱਢ। ਕਿਤੇ ਨਹੀਂ ਕਾਂਗਰਸ ਹਾਰੀ ਹੈ, ਮਰੀ ਥੋੜਾ ਨਾ, ਬਰਫ਼ ਦੀ ਡਲੀ ਹੈ, ਕੋਈ ਪਿਘਲ ਜੂ। ਸਰ ਸਿਆਸੀ ਗੱਲਾਂ ਤੇ ਚਰਚਾ ਹੈ ਕਿ ਸੁਨੀਲ ਜਾਖੜ ਜੀ ਜਿਹੜਾ ਰਿਜ਼ਾਈਨ ਕਰ ਰਹੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਆ। ਮਿੱਤਰਾ ਉਹਨਾਂ ਦਾ ਘਰ ਦਾ ਐਡਰੈਸ ਦੇ ਦੇਣਾ, ਜਾ ਸਵਾਲ ਪੁੱਛ। ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਕੋਈ ਯਾਰ ਸਿੱਧੂ ਨੂੰ ਕੱਚਾ ਸਮਝਿਆ। ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਕੀਤੀ ਆ, ਪਰ ਇੱਥੇ ਅੱਜ ਬਠਿੰਡੇ ਦੀ ਜਿਹੜੀ ਲੋਕਲ ਲੀਡਰਸ਼ਿਪ ਵਗੈਰਾ ਹਾਜ਼ਰ ਮੈਂ ਕਹਿੰਦਾ ਮੇਰੀ ਗੱਲ ਸੁਣੋ, ਜਿਹੜੀ ਬਠਿੰਡੇ ਦੀ ਲੋਕਲ ਜਿਹੜਾ ਉਹ ਕਿਤੇ ਜਲੰਧਰ ਫਿਰਦੀ ਸੀ, ਕਦੇ ਕਿਤੇ ਫਿਰਦੀ ਹੈ, ਕਦੇ ਕਿਤੇ ਫਿਰਦੀ, ਉਹ ਕੰਮ ਕਰ ਰਹੀ ਹੈ ਨਾ ਕਾਂਗਰਸ ਲਈ। ਤੁਹਾਡਾ ਆਉਣ ਦਾ ਪਤਾ ਨਹੀਂ ਸੀ? ਮੇਰੀ ਗੱਲ ਨੂੰ ਸੁਣੋ, ਮੈਨੂੰ ਉਹਨਾਂ ਦੇ ਆਉਣ ਦਾ ਪਤਾ ਸੀ। ਮੈਂ ਫੋਨ ਤੇ ਗੱਲ ਕੀਤੀ, ਮੈਂ ਬੇਟਾ ਹੁਣੇ ਆ ਜਾ। ਇਹ ਸਾਰੇ ਤਾਂ ਨਹੀਂ ਗਏ ਹੋਣਗੇ ਯਾਰ ਦੇਖ ਮੇਰੀ ਗੱਲ, ਸਾਡਾ ਕੋਈ ਲੜਾਈ ਨਹੀਂ, ਸਾਰੇ ਕਾਂਗਰਸੀ ਅੱਡ ਅੱਡ ਕੰਮ ਕਰ ਰਹੇ ਨੇ। ਕੋਈ ਜ਼ਰੂਰੀ ਹੈ ਵੀ ਸਾਰੇ ਮੇਰੇ ਨਾਲ ਜਾਣ, ਸਾਰੇ ਉਹਦੇ ਨਾਲ ਜਾਣ, ਸਾਰੇ ਉਹਦੇ ਨਾਲ ਜਾਣ। ਅਸੀਂ ਕੰਮ ਕੀ ਕਰ ਰਹੇ ਹਾਂ? ਦੇਖ ਪੰਜਾਬ ਦੀ ਉਥਾਨ ਦੀ ਗੱਲ ਕਰ ਰਹੇ ਹਾਂ, ਲੋਕ ਮਸਲਿਆਂ ਦੀ ਗੱਲ ਕਰ ਰਹੇ ਹਾਂ। ਕੀ ਸਵਾਰਥ ਹੈ ਭਾਈ? ਇੱਕ ਮੰਚ ਤੇ ਵੀ ਇਕੱਠੇ ਹੋ ਸਕਦੇ। ਮੈਂ ਕਿਹਾ ਬਿਲਕੁਲ ਹੋਵਾਂਗੇ। ਕੌਣ ਨਹੀਂ ਇਕੱਠਾ ਹੋਊ? ਜਿੱਦਣ ਉਹਦੀ ਉਹ ਹੋਊਗੀ ਮੈਂ ਸਭ ਤੋਂ ਅੱਗੇ ਖੜਾ ਹੂੰ। ਸਿੱਧੂ ਸਾਹਿਬ ਜਿੱਦਣ ਇਲੈਕਸ਼ਨ ਸੀ ਉਹਦੀ, ਕੌਣ ਖੜਾ ਸੀ ਇੱਥੇ 75-25 ਵਾਲੀ ਚ? ਇਹ ਜਵਾਬ ਮਿੱਤਰਾ ਪੁੱਛਦਾ ਹੀ ਜਾਣਦਾ ਕਿ ਦੇਣਾ ਜਾਣਦਾ ਹੈ? ਤੇ ਉਹਦੇ ਲਈ ਮੇਰਾ ਮੰਤਰਾਲਾ ਚਲਾ ਗਿਆ ਸੀ। ਸਿੱਧੂ ਸਾਹਿਬ ਇਹ ਬੋਲਿਆ ਵੀ ਨਹੀਂ ਸੀ, ਫਿਰ ਵੀ ਖੜਾ ਰਿਹਾ ਸਿੱਧੂ। ਇਹ ਵੱਡਾ ਬਲਦਾਨ ਹੈ। ਫਿਰ ਸਿੱਧੂ ਸਾਹਿਬ ਦੀ 75-25 ਦੀ ਗੱਲ ਕੀਤੀ ਹੈ। ਮੈਂ ਚਲੋ ਹੁਣ ਉਹਨੂੰ ਲਾ ਦਿਓ, ਜੇ ਚਲੀ ਗਈ 75-25 ਹੁੰਦਾ 100% ਖੜਾ ਇੱਥੇ ਬਠਿੰਡੇ ਦਾ। ਸਾਹਿਬ ਸਿੱਧੂ ਸਾਹਿਬ ਇੱਕ ਬਠਿੰਡੇ ਨਾਲ ਇੱਕ ਸਵਾਲ ਹੈ। ਜਦੋਂ ਤੁਸੀਂ 75-25 ਦੀ ਗੱਲ ਕੀਤੀ, ਸਾਰੇ ਹੀ ਚਲੇ ਗਏ। ਇੱਕ ਤੁਹਾਡੇ ਜਿਹੜੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ, ਤੁਹਾਡਾ ਜਵਾਬ ਦਿਓ। ਇਹਦਾ ਵੀ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਕਿ ਰਾਜਾ ਵੜਿੰਗ ਨੇ ਵੀ ਆਖਿਆ, ਰਵਿੰਦਰ ਲਾਡੀ ਤੁਹਾਡੇ ਨਾਲ ਬੈਠੇ, ਇਹਨਾਂ ਨੇ ਵੀ ਆਖਿਆ। ਈਵਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਸੀ ਉਹਨੇ ਵੀ ਕਹਿਤਾ ਵੀ ਤਾਇਆ ਭਤੀਜਾ ਰਲੇ ਹੋਏ ਸੀਗੇ। ਤੁਹਾਡਾ ਕੀ ਕਹਿਣਾ ਤੇ ਟਿੱਪਣੀ ਕੀ? ਦੇਖੋ ਮੇਰਾ ਕੀ ਕਹਿਣਾ, ਲੋਕਾਂ ਨੇ ਬੀਜ ਤੇ ਕੁਛ ਲੱਗਦਾ ਸੀ ਤੁਹਾਨੂੰ ਪਹਿਲਾਂ ਨਾਲ? ਦੇਖੋ ਮੇਰੀ ਇੱਕ ਗੱਲ ਨੂੰ ਸਮਝੋ, ਮੇਰੇ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ। ਬਹੁਤ ਫਰਕ ਨਹੀਂ, ਸੁਣੋ ਪੋਲਿਟਿਕਸ ਦੇ ਵਿੱਚ ਕਿਸੇ ਲੀਡਰ ਦੇ ਕਹਿਣ ਦਾ ਤਦ ਫਰਕ ਪੈਂਦਾ ਜੇ ਲੋਕ ਉਹਦੇ ਤੇ ਅਮਲ ਕਰਨ। ਅਸਲ ਦੇ ਵਿੱਚ ਅਸਲੀ ਤਾਕਤ ਜਿਹੜੀ ਹੈ ਨਾ, ਲੋਕ ਸਮਝਦੇ ਨਹੀਂ। ਅਸਲੀ ਤਾਕਤ ਤੇ ਲੋਕਾਂ ਦੀ ਹੈ। ਫੈਸਲਾ ਕਿਹਨੇ ਕਰਨਾ, ਕਰਵਾਉਣਾ ਕਿਹਨੇ ਹੈ? ਉਹ ਪੰਜਾਬ ਦੇ ਲੋਕਾਂ ਨੇ ਕਰਵਾਉਣਾ। ਮੈਂ ਤੇ ਕਹਿ ਸਕਦਾ ਸੀ, ਔਰ ਮੈਂ ਬੜੀ ਟੰਕੇ ਦੀ ਚੋਟ ਦੇ ਉੱਤੇ ਕਿਹਾ। ਉਹ ਕਹਿਣ ਦੀ ਤਾਕਤ ਮੇਰੀ ਕੀ ਹੈ? ਇਮਾਨਦਾਰੀ। ਵੀ ਮੇਰੇ ਲਈ ਰਾਜਨੀਤੀ ਧੰਦਾ ਨਹੀਂ, ਨਾ ਮੇਰੀ ਖੱਡ ਚੱਲੇ, ਨਾ ਮੇਰਾ ਕੋਈ ਬਿਜ਼ਨਸ। ਮੈਂ ਤੇ ਪੱਲਿਓਂ ਲਾਏ। ਆ ਹੁਣ ਦੇਖ ਲਓ ਕਣਕ ਫੂਕੀ ਹੈ। ਮੈਂ ਜਦੋਂ ਮੇਰੇ ਕੋਲ ਪਏ ਹੁੰਦੇ ਮੈਂ 35 ਲੱਖ ਦੇ ਆਇਆ ਸੀ। 1.25 ਕਰੋੜ ਰੁਪਏ ਦੇ, ਦੱਸੋ ਕੋਈ ਬੰਦਾ ਹੈ? ਅੱਛਾ ਪਾਰਟੀ ਬਦਲੀ ਤੇ ਰਾਜ ਸਭਾ ਛੱਡ ਕੇ ਕੋਈ ਲੈਣ ਥੋੜਾ ਨਾ ਆਏ ਸੀ, ਦੱਸੋ। ਇਸ ਕਰਕੇ ਅੱਜ ਵੀ ਇਹ ਸਾਰੇ ਬੰਦੇ, ਕਾਲੜਾ ਸਾਹਿਬ ਥੋੜਾ ਲੇਟ ਆਏ ਆ, ਇਹ ਸਾਰੇ ਬੰਦੇ ਅੱਜ 20-25 MLA ਆ ਇੱਥੇ, ਜਿਹੜੇ MLA ਦੇ ਇਲੈਕਸ਼ਨ, ਇਹ ਸਾਰੇ ਬੰਦੇ ਪੰਜਾਬ ਖਾਤਰ ਖੜੇ ਆ। ਤੇ ਜੇ ਅਸੀਂ ਪੰਜਾਬ ਖਾਤਰ ਖੜਾਂਗੇ ਤਾਂ ਹੀ ਸੱਤਾ ਲੈ ਸਕਦੇ। ਸੱਤਾ ਲੈਣ ਲਈ ਨਹੀਂ ਖੜੇ, ਸੱਤਾ ਲੋਕਾਂ ਦੀ ਜ਼ਿੰਦਗੀ ਬਦਲਣ ਲਈ, ਗੱਪਾਂ ਮਾਰਨ ਲਈ ਨਹੀਂ, ਗੱਲਾਂ ਦੇ ਗੜਾ ਲਈ। ਲਾਸਟ ਕੁਐਸਚਨ, ਤੁਸੀਂ ਪੰਜਾਬ ਕਾਸ ਨੂੰ ਦੇਸ਼ ਤੇ ਕਰਦੇ ਹੋ ਕਿ ਆਪਣੀ ਲੈਵਲ ਤੇ ਕਰਦੇ ਹੋ? ਮੇਰੀ ਗੱਲ ਨੂੰ ਸੁਣੋ, ਹਰ ਚੀਜ਼ ਜਿਹੜੀ ਹੈ, ਕੋਈ ਮੈਨੂੰ ਇਹ ਦੱਸੋ 57 ਸਾਲ ਦੀ ਉਮਰ 'ਚ ਕੋਈ ਬੰਦਾ ਨਿਆਣਾ ਹੁੰਦਾ? ਮੈਨੂੰ ਇਹ ਦੱਸ, ਜਦੋਂ ਅਸੀਂ ਆਪੋਜੀਸ਼ਨ ਨੂੰ ਜਵਾਬਦੇਹੀ ਬਣਾ ਰਹੇ ਹਾਂ, ਪੰਜਾਬ ਦੇ ਮੁੱਦੇ ਚੱਕ ਰਹੇ ਹਾਂ, ਅਸੀਂ ਪੰਜਾਬ ਦੇ ਵੀ ਭਲੇ ਲਈ ਕਰ ਰਹੇ ਹਾਂ, ਕਾਂਗਰਸ ਦੇ ਵੀ ਭਲੇ ਲਈ ਕਰ ਰਹੇ ਹਾਂ। ਇੱਥੇ ਉੱਠੋ, ਕਾਂਗਰਸ ਘਰੇ ਬਹਿ ਕੇ ਤੇ ਨਹੀਂ ਉੱਠਣੀ। ਥੈਂਕ ਯੂ।